ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਇੰਡੀਅਨ ਪੋਲਿਟੀ ਦਾ 21 ਨੰਬਰ ਪਾਰਟ। ਇਸ ਤੋਂ ਪਹਿਲਾਂ ਆਪਣੇ 20 ਕੰਪਲੀਟ ਹੋ ਚੁੱਕੇ ਆ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ, ਜਿਸ ਦੇ ਵਿੱਚ ਕੌਂਸਟੀਟਿਊਸ਼ਨ ਦੇ ਐਕਟ ਅਤੇ ਕੌਂਸਟੀਟਿਊਸ਼ਨ ਅਸੈਂਬਲੀ ਅਤੇ ਕੁਝ ਵੂਮੈਨਸ ਜਿਹੜੀਆਂ ਕਿ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਸੀ, ਸੋ ਉਹਨਾਂ ਦੇ ਨਾਲ ਰਿਲੇਟਡ MCQ ਰਹਿਣਗੇ। ਸੋ TCS ਲੈਵਲ ਦੇ ਸਾਰੇ MCQ ਰਹਿਣਗੇ, ਜੋ ਕਿ ਤੁਹਾਡੇ 4000 MCQ ਦੀ ਸੀਰੀਜ਼ ਹੈ। SSC, ਮਾਸਟਰ ਕੇਡਰ, ਪੰਜਾਬ ਪੁਲਿਸ ਅਤੇ ਇਸ ਤੋਂ ਇਲਾਵਾ ਹੋਰ ਕਾਫੀ ਸਾਰੇ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਹੈਲਪਫੁਲ ਰਹੇਗੀ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋ, ਅਤੇ ਇਸ ਤੋਂ ਇਲਾਵਾ ਇਹਨਾਂ ਕਲਾਸਾਂ ਦੀ PDF ਕਲੈਕਟ ਕਰਨ ਦੇ ਲਈ ਤੁਸੀਂ ਰਮਨ ਇੰਸਟੀਟਿਊਟ ਦੀ ਜੋ ਐਪ ਹੈ ਪਲੇ ਸਟੋਰ ਤੋਂ ਉਹ ਡਾਊਨਲੋਡ ਕਰ ਸਕਦੇ ਹੋ। ਉੱਥੇ ਤੁਹਾਨੂੰ ਇਹਨਾਂ ਸਾਰੀਆਂ ਕਲਾਸਾਂ ਦੀ PDF ਜਿਹੜੀ ਆ ਉਹ ਅਵੇਲੇਬਲ ਕੀਤੀ ਗਈ ਹੈਗੀ ਆ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਇਹਦਾ। ਸੋ 401 ਨੰਬਰ ਕੁਐਸਚਨ ਹੈ ਜੀ। ਸੋ ਭਾਰਤ ਦੇ ਸੰਵਿਧਾਨ ਤੋਂ ਕਈ ਸੰਸਦ ਵੇਰਵੇ ਅਤੇ ਪ੍ਰਕਿਰਿਆਵਾਂ ਲਈਆਂ ਗਈਆਂ ਹਨ। ਸੋ ਉਹ ਕਿਹੜਾ ਪਾਰਟ ਹੈ ਜਿਸ ਤੋਂ ਇਹ ਲਿਆ ਗਿਆ ਹੈ? ਭਾਰਤ ਸਰਕਾਰ ਐਕਟ 1935, ਭਾਰਤੀ ਭਾਈਵਾਲ ਐਕਟ 1935, ਭਾਰਤੀ ਰਜਿਸਟ੍ਰੇਸ਼ਨ ਐਕਟ 1930 ਜਾਂ ਭਾਰਤੀ ਕੰਪਨੀ ਐਕਟ 1930। ਭਾਰਤ ਦੇ ਸੰਵਿਧਾਨ ਦੇ ਵਿੱਚ ਕਈ ਸਾਰੀਆਂ ਅਜਿਹੀਆਂ ਸੰਸਥਾਵਾਂ ਨੇਗੀਆਂ ਜੋ ਕਿ ਇਹਨਾਂ ਦੇ ਵਿੱਚੋਂ ਇੱਕ ਐਕਟ ਤੋਂ ਲਈਆਂ ਗਈਆਂ ਹੈਗੀਆਂ। ਸੋ ਉਸ ਐਕਟ ਦਾ ਨਾਮ ਕੀ ਹੈ? ਸੋ ਉਸ ਐਕਟ ਦਾ ਨਾਮ ਹੈ ਜੀ ਭਾਰਤ ਸਰਕਾਰ ਐਕਟ 1935। ਜੇਕਰ ਸਾਡੇ ਭਾਰਤੀ ਸੰਵਿਧਾਨ ਦੇ ਉੱਪਰ ਸਭ ਤੋਂ ਵੱਧ ਇਫੈਕਟ ਪਿਆ ਹੈ ਜਾਂ ਸਭ ਤੋਂ ਵੱਧ ਪ੍ਰਭਾਵ ਜਿਹੜਾ ਹੈ ਉਹ ਇਸੇ ਐਕਟ ਦਾ ਹੀ ਪਿਆ ਹੈ, ਕਿਉਂਕਿ ਲਗਭਗ ਸਾਰੀਆਂ ਚੀਜ਼ਾਂ ਜੋ ਅੱਜ ਸਾਡੇ ਸੰਵਿਧਾਨ ਦੇ ਵਿੱਚ ਹੈਗੀਆਂ ਨੇ ਉਹ ਸਾਰੀਆਂ ਭਾਰਤ ਸਰਕਾਰ ਐਕਟ 1935 ਦੇ ਤਹਿਤ ਹੀ ਲਿਆਂਦੀਆਂ ਗਈਆਂ ਸੀਗੀਆਂ, ਅਤੇ ਅੱਜ ਵੀ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕਾਫੀ ਹੱਦ ਤੱਕ ਸ਼ਾਮਲ ਹੈਗੀਆਂ ਨੇਗੀਆਂ। ਤੇ 1935 ਦਾ ਐਕਟ ਕਿਹਾ ਜਾਂਦਾ ਹੈ, ਭਾਰਤ ਸਰਕਾਰ ਦਾ ਐਕਟ ਹੈ। ਇਸ ਐਕਟ ਦੇ ਤਹਿਤ ਕਾਫੀ ਸਾਰੀਆਂ ਸੰਸਥਾਵਾਂ, ਜਿਵੇਂ ਕਿ ਪਹਿਲੀ ਵਾਰ ਜਿਹੜੀ ਹੈ ਸੰਘੀ ਸਰਕਾਰ ਦੀ ਨੀਂਹ ਰੱਖੀ ਗਈ ਸੀਗੀ, ਫੈਡਰਲ ਜਿਹੜੀ ਗਵਰਨਮੈਂਟ ਹੈ ਸੋ ਉਸ ਦੀ ਇਸਟੈਬਲਿਸ਼ਮੈਂਟ ਕੀਤੀ ਗਈ ਸੀਗੀ, ਅਤੇ ਫੈਡਰੇਸ਼ਨ ਨੂੰ ਅੱਗੇ ਦੋ ਇਕਾਈਆਂ ਦੇ ਵਿੱਚ ਡਿਵਾਈਡ ਕੀਤਾ ਗਿਆ ਸੀਗਾ, ਇੱਕ ਭਾਰਤੀ ਪ੍ਰਾਂਤ ਅਤੇ ਦੂਸਰੀਆਂ ਰਿਆਸਤਾਂ। ਠੀਕ ਹੈ, ਦੋ ਹਿੱਸਿਆਂ ਦੇ ਵਿੱਚ ਇਸ ਨੂੰ ਜਿਹੜਾ ਵੰਡ ਦਿੱਤਾ ਗਿਆ ਸੀਗੀਆਂ। ਜਿਹੜੀਆਂ ਬਾਕੀ ਦੀਆਂ ਜਿਹੜੀਆਂ ਸ਼ਕਤੀਆਂ ਸੀਗੀਆਂ, ਜੋ ਬਾਕੀ ਦੇ ਜਿਹੜੇ ਕੰਮ ਸੀਗੇ ਇਹਨਾਂ ਤੋਂ ਇਲਾਵਾ ਭਾਰਤੀ ਪ੍ਰਾਂਤਾਂ ਜਾਂ ਰਿਆਸਤਾਂ ਤੋਂ ਇਲਾਵਾ, ਉਹ ਸਾਰੇ ਦੇ ਸਾਰੇ ਵਾਇਸਰਾਏ ਨੂੰ ਦੇ ਦਿੱਤੇ ਗਏ ਸੀਗੇ। ਇਹ 1935 ਦੇ ਐਕਟ ਦੇ ਤਹਿਤ ਕੀਤਾ ਗਿਆ ਸੀਗਾ, ਔਰ ਇਸੇ ਐਕਟ ਦੇ ਤਹਿਤ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਸੀਗੀ। ਕਾਫੀ ਇੰਪੋਰਟੈਂਟ ਜਿਹੜਾ ਪਾਰਟ ਹੈ, ਕੁਐਸਚਨ ਹੈ। ਇਸੇ ਦੇ ਤਹਿਤ ਹੀ 1935 ਦੇ ਐਕਟ ਦੇ ਅਧੀਨ ਜਿਹੜਾ ਬ੍ਰਹਮਾ ਹੈ, ਜਿਹਨੂੰ ਕਿ ਅੱਜ ਕੱਲ੍ਹ ਅਸੀਂ ਮਿਆਂਮਾਰ ਦੇ ਨਾਮ ਨਾਲ ਜਾਣਦੇ ਹਾਂ, ਇਹ ਬ੍ਰਿਟਿਸ਼ ਭਾਰਤ ਤੋਂ ਵੱਖ ਕਰ ਦਿੱਤਾ ਗਿਆ ਸੀਗਾ, ਜੋ ਕਿ 1 ਅਪ੍ਰੈਲ 1937 ਦੀ ਘਟਨਾ ਹੈ। ਸੋ ਉਹ ਵੀ 1935 ਦੇ ਐਕਟ ਦੇ ਤਹਿਤ ਹੀ ਜਿਹੜਾ ਬਣੀ ਸੀਗੀ। ਭਾਰਤ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਜਿਹੜੀ ਸਥਾਪਨਾ ਹੈ ਉਹ ਵੀ 1935 ਦੇ ਐਕਟ ਦੇ ਤਹਿਤ ਹੈ, ਡਾਕਟਰ BR ਅੰਬੇਦਕਰ ਦੀ ਸੀਗੀ। ਸੋ ਬੁੱਕ ਸੀ ਇਹਨਾਂ ਦੀ ਜੀ ਪ੍ਰੋਬਲਮ ਆਫ ਰੁਪੀਸ। ਉਸ ਬੁੱਕ ਦੇ ਆਧਾਰ ਦੇ ਉੱਪਰ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਹੈ ਉਹ ਇਸਟੈਬਲਿਸ਼ ਕੀਤੀ ਗਈ ਸੀ। 1935 ਦਾ ਐਕਟ ਹੀ ਇਸ ਦੇ ਲਈ ਰਿਸਪੌਂਸੀਬਲ ਸੀਗਾ। ਇਸ ਤੋਂ ਇਲਾਵਾ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੈ ਉਸ ਦੀ ਸਥਾਪਨਾ ਕੀਤੀ। ਹਰੇਕ ਸੂਬੇ ਦੇ ਵਿੱਚ ਇੱਕ ਸੂਬੇਈ ਲੋਕ ਸੇਵਾ ਕਮਿਸ਼ਨ ਜਿਹੜਾ ਹੈ, ਅਤੇ JPSC ਦੀ ਜਿਹੜੀ ਸਥਾਪਨਾ ਕੀਤੀ ਇਹ ਵੀ 1935 ਦੇ ਐਕਟ ਦੇ ਤਹਿਤ ਕੀਤੀ ਗਈ। ਭਾਰਤ ਦੇ ਵਿੱਚ ਫੈਡਰਲ ਕੋਰਟ ਦੀ ਜਿਹੜੀ ਸਥਾਪਨਾ ਹੋਈ ਹੈ 1937 ਦੇ ਵਿੱਚ, ਉਹ ਵੀ 1935 ਦੇ ਐਕਟ ਦੇ ਤਹਿਤ ਹੀ ਜਿਹੜੀ ਆ ਇਸਟੈਬਲਿਸ਼ ਕੀਤੀ ਗਈ ਸੀ। ਇਸੇ 1935 ਦੇ ਐਕਟ ਦੇ ਤਹਿਤ ਹੀ 11 ਸੂਬਿਆਂ ਦੇ ਵਿੱਚੋਂ 6 ਸੂਬਿਆਂ ਦੇ ਵਿੱਚ 2 ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ, ਜਿਹਦੇ ਵਿੱਚ ਬੰਬਈ, ਮਦਰਾਸ, ਬੰਗਾਲ, ਬਿਹਾਰ, ਅਸਾਮ ਅਤੇ ਸੰਯੁਕਤ ਪ੍ਰਾਂਤ ਜਿਹੜੇ ਸੀਗੇ ਇਹਨਾਂ ਦੇ ਵਿੱਚ 2 ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ। ਇਹ ਵੀ 1935 ਦੇ ਐਕਟ ਦੇ ਕਾਰਨ ਕਰਕੇ ਹੀ ਬਣਾਇਆ ਗਿਆ ਸੀ। ਨੈਕਸਟ ਹੈ 402 ਨੰਬਰ, ਪ੍ਰਾਂਤਾਂ ਦੇ ਵਿੱਚ ਡਾਇਰੈਕੀ ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਗਈ। 1935 ਦਾ ਭਾਰਤ ਸਰਕਾਰ ਐਕਟ, ਭਾਰਤ ਸਰਕਾਰ ਐਕਟ 1947, 1858 ਦਾ ਭਾਰਤ ਸਰਕਾਰ ਐਕਟ, ਜਾਂ ਫਿਰ ਭਾਰਤ ਸਰਕਾਰ ਐਕਟ 1919। ਪ੍ਰਾਂਤਾਂ ਦੇ ਵਿੱਚੋਂ ਡਾਇਰੈਕੀ ਜਿਹੜੀ ਹੈ ਉਸ ਨੂੰ ਖਤਮ ਕੀਤਾ ਗਿਆ, ਰਾਜਸ਼ਾਹੀ ਨੂੰ ਖਤਮ ਕੀਤਾ ਗਿਆ ਭਾਰਤ ਸਰਕਾਰ ਦੇ 1935 ਦੇ ਐਕਟ ਦੇ ਤਹਿਤ। ਇਸ ਤਹਿਤ ਦੇ ਸਾਰੇ ਪ੍ਰਾਂਤਾਂ ਦੇ ਵਿੱਚੋਂ ਜਿਹੜਾ ਹੈ ਡਾਇਰੈਕੀ ਯਾਨੀ ਕਿ ਰਾਜਸ਼ਾਹੀ ਜਿਹੜਾ ਹੈ ਉਹ ਸਮਾਪਤ ਕਰ ਦਿੱਤਾ ਗਿਆ ਸੀਗਾ। ਓਕੇ, ਸੋ ਇਹਦੇ 2 ਸਵਾਲ ਆਉਂਦੇ ਹੁੰਦੇ ਹੈਗੇ ਆ ਕਿ ਇੱਕ ਤਾਂ ਕਿਹੜੇ ਐਕਟ ਦੇ ਅਧੀਨ ਸਮਾਪਤ ਕੀਤਾ ਗਿਆ, ਅਤੇ ਇੱਕ ਕਿਹੜੇ ਐਕਟ ਦੇ ਤਹਿਤ ਇਸ ਨੂੰ ਸਟੈਬਲਿਸ਼ ਕੀਤਾ ਗਿਆ ਸੀਗਾ। ਡਾਇਰੈਕੀ ਸਿਸਟਮ ਜਿਹੜਾ ਹੈ 1919 ਦਾ ਜਿਹੜਾ ਭਾਰਤ ਸਰਕਾਰ ਐਕਟ ਸੀ ਉਸ ਦੇ ਤਹਿਤ ਇਸ ਨੂੰ ਸਟੈਬਲਿਸ਼ ਕੀਤਾ ਗਿਆ ਸੀਗਾ, ਅਤੇ 1935 ਦੇ ਵਿੱਚ ਜਿਹੜਾ ਹੈ ਇਸ ਨੂੰ ਸਮਾਪਤ ਕਰ ਦਿੱਤਾ ਗਿਆ ਸੀਗਾ। 1919 ਦੇ ਵਿੱਚ ਜਿਹੜਾ ਹੈ ਇਹਦੇ ਅਧੀਨ ਦੋਹਰੀ ਸ਼ਾਸਨ ਪ੍ਰਣਾਲੀ ਜਿਹੜੀ ਹੈ ਉਹ ਸਟੈਬਲਿਸ਼ ਕੀਤੀ ਗਈ ਸੀ ਸੂਬਿਆਂ ਦੇ ਵਿੱਚ, ਪਰ 1935 ਦੇ ਐਕਟ ਦੇ ਤਹਿਤ ਜਿਹੜਾ ਹੈ
ਡਾਇਰੈਕੀ ਜਿਹੜਾ ਹੈ ਉਹ ਕੇਂਦਰ ਦੇ ਵਿੱਚ ਤਾਂ ਐਸਟੈਬਲਿਸ਼ ਕਰ ਦਿੱਤਾ ਗਿਆ ਸੀ, ਬਟ ਪ੍ਰਾਂਤਾਂ ਦੇ ਵਿੱਚੋਂ ਇਸ ਨੂੰ ਰਿਮੂਵ ਕਰ ਦਿੱਤਾ ਗਿਆ ਸੀ। ਠੀਕ ਹੈ, ਸੈਂਟਰ ਦੇ ਵਿੱਚ ਡਾਇਰੈਕੀ ਸਿਸਟਮ ਰਿਹਾ ਸੀ 1935 ਦੇ ਐਕਟ ਦੇ ਤਹਿਤ, ਬਟ 1935 ਦੇ ਐਕਟ ਦੇ ਤਹਿਤ ਪ੍ਰਾਂਤਾਂ ਦੇ ਵਿੱਚੋਂ ਜਿਹੜਾ ਹੈ ਡਾਇਰੈਕੀ ਸਿਸਟਮ ਜਿਹੜਾ ਹੈ ਉਸ ਨੂੰ ਰਿਮੂਵ ਕਰ ਦਿੱਤਾ ਸੀ। ਤਾਂ 1919 ਦੇ ਤਹਿਤ ਜਿਹੜਾ ਹੈ ਇਹ ਲਿਆਂਦਾ ਗਿਆ ਸੀ, ਤੇ 1935 ਦੇ ਤਹਿਤ ਇਸ ਨੂੰ ਰਿਮੂਵ ਕਰ ਦਿੱਤਾ ਗਿਆ ਸੀਗਾ। ਨੈਕਸਟ ਹੈ 3 ਨੰਬਰ, ਹੇਠ ਲਿਖੇ ਐਕਟਾਂ ਦੇ ਵਿੱਚੋਂ ਕਿਸ ਦੁਆਰਾ ਕੇਂਦਰ ਦੇ ਵਿੱਚ ਦੋਹਰੇ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ? 1919, 1937, 1909 ਅਤੇ 1947। ਦੋਹਰੇ ਸ਼ਾਸਨ ਦੀ ਜਿਹੜੀ ਵਿਵਸਥਾ ਕੀਤੀ ਗਈ ਸੀ, ਡਾਇਰੈਕੀ ਸਿਸਟਮ ਹੀ ਕਹਾਉਂਦਾ ਹੈ, ਜੋ ਕਿ 1919 ਦੇ ਐਕਟ ਦੇ ਤਹਿਤ ਜਿਹੜੀ ਆ ਉਹ ਸਟੈਬਲਿਸ਼ਮੈਂਟ ਕੀਤੀ ਗਈ ਸੀ, ਜਿਸ ਦੇ ਵਿੱਚ ਦੋਹਰੇ ਸ਼ਾਸਨ ਯਾਨੀ ਕਿ ਡਿਊਲ ਜਿਹੜਾ ਸਿਸਟਮ ਹੈ ਉਹ ਸਟੈਬਲਿਸ਼ ਕੀਤਾ ਗਿਆ ਸੀਗਾ। 404 ਨੰਬਰ ਹੈ ਜੀ, ਭਾਰਤ ਸਰਕਾਰ ਐਕਟ 1919 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਰੈਮਸੇ ਮੈਕਡੋਨਲ ਅਵਾਰਡ, ਮਾਰਲੇ ਮਿੰਟੋ ਰਿਪੋਰਟ, ਨਹਿਰੂ ਰਿਪੋਰਟ ਜਾਂ ਮਾਉਂਟੇਗੂ ਚਿਮਸਫੋਰਡ ਰਿਪੋਰਟ। ਭਾਰਤ ਸਰਕਾਰ ਦਾ ਜਿਹੜਾ ਐਕਟ 1919 ਹੈ, ਸੋ ਇਸ ਦੇ ਨੂੰ ਕਈ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ, ਜਿਹਦੇ ਵਿੱਚ ਇੱਕ ਨਾਮ ਹੈ ਸਭ ਤੋਂ ਮਹੱਤਵਪੂਰਨ, ਮਾਂਟੇਗਿਊ ਚੈਮਸਫੋਰਡ ਰਿਪੋਰਟ, ਕਿਉਂਕਿ ਇਹਨਾਂ ਦੋ ਵਿਅਕਤੀਆਂ ਦਾ ਜਿਹੜਾ ਹੈ ਇਸ ਐਕਟ ਨੂੰ ਬਣਾਉਣ ਦੇ ਵਿੱਚ ਅਤੇ ਇਸ ਸਮੇਂ ਦੇ ਦੌਰਾਨ ਜਿਹੜਾ ਵਰਕ ਕਰਦੇ ਦੌਰਾਨ ਇਸ ਐਕਟ ਨੂੰ ਕਈ ਵਾਰ ਮਾਂਟੇਗਿਊ ਚੈਮਸਫੋਰਡ ਰਿਪੋਰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ, ਗਵਰਨਮੈਂਟ ਆਫ ਇੰਡੀਆ ਐਕਟ 1919 ਦਾ ਹੈ, ਜਿਸ ਨੂੰ ਕਿ ਮਾਂਟੇਗਿਊ ਚੇਮਸਫੋਰਡ ਦੇ ਰਿਪੋਰਟ ਜਾਂ ਸੁਧਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ, ਉਸ ਸਮੇਂ ਜਿਹੜਾ ਮਾਂਟੇਗਿਊ ਸੀਗਾ ਜੀ, ਇਹ ਭਾਰਤ ਦਾ ਸੈਕਟਰੀ ਆਫ ਸਟੇਟ ਸੀਗਾ, ਅਤੇ ਜਿਹੜਾ ਲਾਰਡ ਚੇਮਸਫੋਰਡ ਸੀਗਾ ਇਹ ਉਸ ਸਮੇਂ ਭਾਰਤ ਦਾ ਵਾਇਸਰਾਏ ਸੀ, ਜਿਸ ਦੇ ਕਾਰਨ ਕਰਕੇ ਇਹਨਾਂ ਦੋਨਾਂ ਦੇ ਆਧਾਰ ਦੇ ਉੱਪਰ ਇਸ ਨੂੰ ਕਈ ਵਾਰ ਮਾਂਟੇਗਿਊ ਚੇਮਸਫੋਰਡ ਰਿਪੋਰਟ ਕਹਿ ਦਿੰਦੇ, ਕਿਉਂਕਿ ਇਹਨਾਂ ਦੋਨਾਂ ਨੇ ਮਿਲ ਕੇ ਕਾਫੀ ਸਾਰੇ ਜਿਹੜੇ ਸੁਧਾਰ ਨੇ ਉਹ ਇਸ ਐਕਟ ਦੇ ਵਿੱਚ ਸ਼ਾਮਲ ਕੀਤੇ ਸੀ, ਜੋ ਉਸ ਸਮੇਂ ਦੀ ਲੋੜ ਸੀਗੀ। ਇਸ ਕਾਰਨ ਕਰਕੇ ਇਹਨਾਂ ਨੂੰ ਉਸ ਰਿਪੋਰਟ ਜਾਂ ਸੁਧਾਰ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ। ਐਕਟ ਦੇ ਤਹਿਤ ਸਿੱਧੀਆਂ ਚੋਣ ਪ੍ਰਣਾਲੀ ਯਾਨੀ ਕਿ ਡਾਇਰੈਕਟ ਇਲੈਕਸ਼ਨ ਜਿਹੜੀ ਹੈ ਉਸ ਦੀ ਸ਼ੁਰੂਆਤ ਕੀਤੀ ਗਈ। ਪ੍ਰਾਪਰਟੀ ਟੈਕਸ, ਸਿੱਖਿਆ ਦੇ ਆਧਾਰ ਦੇ ਉੱਪਰ ਸੀਮਿਤ ਗਿਣਤੀ ਦੇ ਲੋਕਾਂ ਨੂੰ ਵੋਟ ਦਾ ਅਧਿਕਾਰ ਦੇਣਾ, ਉਹ ਵੀ ਇਸ ਦੇ ਵਿੱਚ ਸ਼ਾਮਲ ਹੈ। ਇਸੇ ਕਾਨੂੰਨ ਦੇ ਤਹਿਤ ਸਾਲ 1926 ਦੇ ਵਿੱਚ ਸਿਵਲ ਮੁਲਾਜ਼ਮਾਂ ਦੀ ਭਰਤੀ ਦੇ ਲਈ ਕੇਂਦਰੀ ਲੋਕ ਸੇਵਾ ਕਮਿਸ਼ਨ ਜਿਹੜਾ ਹੈ ਉਸ ਨੂੰ ਗਠਿਤ ਕੀਤਾ ਗਿਆ ਸੀਗਾ। ਓਕੇ, ਨੈਕਸਟ ਹੈ ਜੀ 405 ਨੰਬਰ, ਕਿਹੜਾ ਐਕਟ ਸੀ ਜਿਸ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ ਬ੍ਰਿਟਿਸ਼ ਕਰਾਊਨ ਨੂੰ ਭਾਰਤ ਦੇ ਵਿੱਚ ਸੱਤਾ ਤਬਦੀਲ ਕਰ ਦਿੱਤੀ ਸੀਗੀ? ਭਾਰਤ ਸਰਕਾਰ ਐਕਟ 1833, ਭਾਰਤ ਸਰਕਾਰ ਐਕਟ 1835, ਭਾਰਤ ਸਰਕਾਰ ਐਕਟ 1947 ਜਾਂ ਭਾਰਤ ਸਰਕਾਰ ਐਕਟ 1858। ਸੋ ਜਦੋਂ ਭਾਰਤ ਦੇ ਵਿੱਚ ਪਹਿਲੀ ਵਾਰ ਬ੍ਰਿਟਿਸ਼ ਆਉਂਦੇ ਹੈਗੇ ਆ ਤਾਂ ਉਹਨਾਂ ਦੀ ਜਿਹੜੀ ਸ਼ਾਸਨ ਪ੍ਰਣਾਲੀ ਰਹਿੰਦੀ ਹੈਗੀ ਆ ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅਧੀਨ ਰਹਿੰਦੀ ਹੈ। ਪਰ 1857 ਦੇ ਵਿਦਰੋਹ ਤੋਂ ਬਾਅਦ ਜਿਹੜਾ ਹੈ ਇਹ ਈਸਟ ਇੰਡੀਆ ਕੰਪਨੀ ਤੋਂ ਅਧਿਕਾਰ ਖੋ ਕੇ ਜਿਹੜਾ ਹੈ ਕਰਾਊਨ ਯਾਨੀ ਕਿ ਤਾਜ ਨੂੰ ਦੇ ਦਿੰਦੇ ਹੈ। ਤਾਜ ਮਤਲਬ ਕਿ ਰਾਜਾ ਜਾਂ ਰਾਣੀ ਨੂੰ ਜਿਹੜਾ ਹੈ ਉਸ ਸਮੇਂ ਸਾਰੀ ਵਾਂਗਡੋਰ ਭਾਰਤ ਦੀ ਸੰਭਾਲ ਦਿੰਦੇ ਹੈਗੇ। ਇਹ ਐਕਟ ਸੀਗਾ ਜੀ ਭਾਰਤ ਸਰਕਾਰ ਦਾ 1858 ਦਾ ਐਕਟ। 1857 ਦੇ ਵਿਦਰੋਹ ਤੋਂ ਬਾਅਦ ਜਿਹੜਾ ਅਜਿਹਾ ਹੋ ਪਾਇਆ ਸੀਗਾ। ਇਸ ਐਕਟ ਦੇ ਜਿਸ ਵਿਦਰੋਹ ਤੋਂ ਬਾਅਦ ਜਿਹੜਾ ਹੈ ਇਸ ਐਕਟ ਨੂੰ ਪਾਸ ਕੀਤਾ ਗਿਆ, ਜਿਸ ਦੇ ਤਹਿਤ ਭਾਰਤ ਦੀ ਸਾਰੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਸੱਤਾ ਸੀਗੀ ਜਿਹੜੀ ਉਹ ਬ੍ਰਿਟਿਸ਼ ਈਸਟ ਇੰਡੀਆ ਤੋਂ ਕਨਵਰਟ ਹੋ ਕੇ ਅੱਗੇ ਕਰਾਊਨ ਦੇ ਅਧੀਨ ਜਿਹੜੀ ਉਹ ਚਲੀ ਗਈ ਸੀਗੀ। ਭਾਰਤ ਸਰਕਾਰ ਐਕਟ 1858 ਦਾ ਜਿਹੜਾ ਹੈ ਇਹ 1857 ਦੇ ਬਗਾਵਤ ਜਾਂ ਵਿਦਰੋਹ ਤੋਂ ਬਾਅਦ ਸ਼ੁਰੂ ਹੋਇਆ ਸੀਗਾ, ਜਿਸ ਦਾ ਮੂਲ ਜਿਹੜਾ ਸਿਰਲੇਖ ਸੀਗਾ ਜੀ ਭਾਰਤ ਦੇ ਬਿਹਤਰ ਸ਼ਾਸਨ ਦੇ ਲਈ ਇੱਕ ਐਕਟ ਬਣਾਉਣਾ। ਠੀਕ ਹੈ, ਭਾਰਤ ਦੇ ਲਈ ਬਿਹਤਰ ਸ਼ਾਸਨ ਦੇ ਲਈ ਇੱਕ ਐਕਟ ਬਣਾਉਣਾ ਸੀਗਾ, ਅਤੇ ਇਸ ਦੁਆਰਾ ਜਿਹੜਾ ਹੈ ਗਵਰਨਰ ਜਨਰਲ ਦਾ ਜਿਹੜਾ ਆਉਂਦਾ ਹੈ ਉਹ ਬਦਲ ਕੇ ਵਾਇਸਰਾਏ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀ। ਵੈਰੀ ਇੰਪੋਰਟੈਂਟ ਹੈ। ਠੀਕ ਹੈ, ਪਹਿਲਾਂ ਇਸ ਨੂੰ ਗਵਰਨਰ ਜਨਰਲ ਕਿਹਾ ਜਾਂਦਾ ਸੀ ਭਾਰਤ ਦਾ, ਹੁਣ ਉਸੇ ਹੀ ਆਉਂਦੇ ਨੂੰ ਭਾਰਤ ਦੇ ਵਿੱਚ ਵਾਇਸਰਾਏ ਦਾ ਨਾਮ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ। ਭਾਰਤ ਦਾ ਆਖਰੀ ਗਵਰਨਰ ਜਨਰਲ ਲਾਰਡ ਕੈਨਿੰਗ ਹੈ। ਭਾਰਤ ਦਾ ਪਹਿਲਾ ਵਾਇਸਰਾਏ ਜਿਹੜਾ ਹੈ ਉਹ ਵੀ ਲਾਰਡ ਕੈਨਿੰਗ ਹੈ। ਦੋਨਾਂ 'ਚ ਯਾਦ ਰੱਖਣਾ ਹੈ, ਆਖਰੀ ਭਾਰਤ ਦਾ ਗਵਰਨਰ ਜਨਰਲ ਲਾਰਡ ਕੈਨਿੰਗ ਹੈ ਅਤੇ ਪਹਿਲਾ ਵਾਇਸਰਾਏ ਜਿਹੜਾ ਹੈ ਉਹ ਵੀ ਲਾਰਡ ਕੈਨਿੰਗ ਹੀ ਹੈ, ਕਿਉਂਕਿ ਉਹਦਾ ਆਉਂਦਾ ਚੇਂਜ ਕਰਕੇ ਉਸਨੂੰ ਵਾਇਸਰਾਏ ਜਿਹੜਾ ਉਹ ਬਣਾ ਦਿੱਤਾ ਗਿਆ ਸੀਗਾ। 1858 ਦਾ ਐਕਟ ਜਿਹੜਾ ਹੈ ਇਹ 1 ਨਵੰਬਰ ਨੂੰ ਪ੍ਰਯਾਗ ਦੇ ਵਿੱਚ ਮਿੰਟੋ ਪਾਰਕ ਦੇ ਵਿਖੇ ਲਾਰਡ ਕੈਨਿੰਗ ਦੇ ਦੁਆਰਾ ਮਹਾਰਾਣੀ ਵਿਕਟੋਰੀਆ, ਵੈਰੀ ਇੰਪੋਰਟੈਂਟ ਹੈ, ਮਹਾਰਾਣੀ ਵਿਕਟੋਰੀਆ ਦਾ 1858 ਦਾ ਜਿਹੜਾ ਐਲਾਨਨਾਮਾ ਉਹ ਪੜ੍ਹਿਆ ਗਿਆ ਸੀ ਪ੍ਰਯਾਗ ਦੇ ਵਿੱਚ, ਇਲਾਹਾਬਾਦ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਮਿੰਟੋ ਪਾਰਕ ਦੇ ਵਿੱਚ। ਠੀਕ ਹੈ, ਸੋ ਸਥਾਨ ਵਿਖੇ 1 ਨਵੰਬਰ ਨੂੰ ਇਹ ਪੜ੍ਹਿਆ ਗਿਆ ਸੀਗਾ, ਅਤੇ ਇਸੇ ਆਧਾਰ ਦੇ ਉੱਪਰ ਹੀ ਕਹਿ ਦਿੱਤਾ ਸੀਗਾ ਕਿ ਹੁਣ ਭਾਰਤ ਦੇ ਉੱਪਰ ਮਹਾਰਾਣੀ ਦਾ ਸ਼ਾਸਨ ਹੋਵੇਗਾ, ਮਤਲਬ ਜੋ ਉਹਨੇ ਆਦੇਸ਼ ਦਿੱਤੇ ਆ ਉਹਨਾਂ ਨੂੰ ਹੀ ਫੋਲੋ ਕਰਨਾ ਪਵੇਗਾ। ਓਕੇ, ਇਸੇ ਐਕਟ ਦੇ ਤਹਿਤ ਹੀ ਭਾਰਤ ਦੇ ਲਈ ਇੱਕ ਰਾਜ ਮੰਤਰੀ ਦੀ ਜਿਹੜੀ ਵਿਵਸਥਾ ਕੀਤੀ ਗਈ ਸੀਗੀ। ਠੀਕ ਹੈ, ਰਾਜ ਮੰਤਰੀ ਦੀ ਸਹਾਇਤਾ ਦੇ ਲਈ 15 ਮੈਂਬਰਾਂ ਦੀ ਇੱਕ ਕੌਂਸਲ ਜਿਹੜੀ ਹੈ ਉਹ ਨਿਯੁਕਤ ਕੀਤੀ ਗਈ ਸੀਗੀ। ਕਰਾਊਨ ਨੂੰ ਇੱਕ ਗਵਰਨਰ ਜਨਰਲ ਅਤੇ ਪ੍ਰੈਜ਼ੀਡੈਂਸੀ ਦੇ ਗਵਰਨਰ ਨਿਯੁਕਤ ਕਰਨ ਦਾ ਜਿਹੜਾ ਅਧਿਕਾਰ ਦਿੱਤਾ ਗਿਆ ਸੀਗਾ, ਯਾਨੀ ਕਿ ਤਾਜ ਯਾਨੀ ਰਾਜਾ ਜਾਂ ਰਾਣੀ ਜਿਹੜੇ ਸੀਗੇ
ਉਹ ਗਵਰਨਰ ਜਨਰਲ ਦੀ ਨਿਯੁਕਤੀ ਕਰ ਸਕਦੇ ਸੀਗੇ। ਇਸ ਤੋਂ ਇਲਾਵਾ ਪ੍ਰੈਜ਼ੀਡੈਂਸੀਆਂ ਦੇ ਵਿੱਚ ਜਿਹੜੇ ਗਵਰਨਰ ਨੇ ਉਹਨਾਂ ਦੀ ਨਿਯੁਕਤੀ ਵੀ ਜਿਹੜੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਕਰ ਸਕਦਾ ਹੁੰਦਾ ਸੀ। ਨੈਕਸਟ ਹੈ ਜੀ 406 ਨੰਬਰ, ਹਰ ਸਾਲ ਅਸੀਂ ਭਾਰਤੀ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਦੇ ਵਿੱਚ ਸੰਵਿਧਾਨ ਦਿਵਸ ਮਨਾਉਂਦੇ ਹੈਗੇ ਹਾਂ 26 ਜਨਵਰੀ ਨੂੰ, 15 ਸਤੰਬਰ ਨੂੰ, 26 ਨਵੰਬਰ ਨੂੰ ਜਾਂ 15 ਅਗਸਤ ਨੂੰ। ਸੰਵਿਧਾਨ ਦਿਵਸ ਜਿਹੜਾ ਅਸੀਂ ਹਰ ਸਾਲ ਮਨਾਉਣੇ ਹੈਗੇ ਆਂਗੇ ਉਹ 26 ਨਵੰਬਰ ਨੂੰ ਮਨਾਉਣੇ ਆ, ਕਿਉਂਕਿ ਇਸ ਦਿਨ ਸਾਡਾ ਸੰਵਿਧਾਨ ਬਣ ਕੇ ਜਿਹੜਾ ਉਹ ਤਿਆਰ ਹੋ ਗਿਆ ਸੀਗਾ, ਅਤੇ ਉਸੇ ਚੀਜ਼ ਨੂੰ ਆਪਾਂ ਯਾਦ ਕਰਨ ਦੇ ਲਈ ਕਿ ਇਸ ਦਿਨ ਸਾਡਾ ਸੰਵਿਧਾਨ ਬਣਿਆ ਸੀਗਾ, ਅਸੀਂ ਹਰ ਸਾਲ ਜਿਹੜਾ ਹੈ ਕੌਨਸਟੀਟਿਊਸ਼ਨ ਦਿਵਸ ਜਿਹੜਾ ਹੈ ਜਾਂ ਲਾਅ ਡੇ ਜਿਹੜਾ ਹੈ ਉਹ ਮਨਾਉਣੇ ਹੈਗੇ ਆਂਗੇ। ਓਕੇ, ਤਾਂ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ, ਅਤੇ ਉਸ ਦਿਨ ਇਸ ਨੂੰ ਮਤਲਬ ਕਾਫੀ ਹੱਦ ਤੱਕ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਸੀ, ਜਿਹਦੇ ਵਿੱਚ ਕੁਝ ਕੰਸੈਪਟ ਜੋ ਐਗਜ਼ਾਮ ਦੇ ਵਿੱਚ ਆਏ ਹੋਏ ਆ। ਇੱਕ ਤਾਂ ਨਾਗਰਿਕਤਾ ਦਾ ਕੰਸੈਪਟ, ਦੂਸਰਾ ਚੋਣਾਂ ਦਾ ਕੰਸੈਪਟ, ਤੀਸਰਾ ਅੰਤਰਿਮ ਜਿਹੜੀ ਸੰਸਦ ਹੈ ਪਾਰਲੀਮੈਂਟ ਹੈ, ਅਤੇ ਅਸਥਾਈ ਅਤੇ ਪਰਿਵਰਤਨ ਸੰਬੰਧੀ ਵਿਵਸਥਾ ਜਿਹੜੀਆਂ ਨੇ ਇਹ 26 ਨਵੰਬਰ 1949 ਤੋਂ ਹੀ ਲਾਗੂ ਹੋ ਗਈਆਂ ਸੀਗੀਆਂ। ਇਹ ਕੁਐਸਚਨ ਆਏ ਹੋਏ ਦੋਨੋਂ, ਠੀਕ ਹੈ, ਨਾਗਰਿਕਤਾ ਅਤੇ ਜਿਹੜਾ ਹੈ ਇਲੈਕਸ਼ਨ ਵਾਲਾ ਪਾਰਟ ਹੈ ਅਤੇ ਅੰਤਰਿਮ ਸੰਸਦ, ਇਹ 26 ਨਵੰਬਰ ਨੂੰ ਹੀ ਜਿਹੜਾ ਲਾਗੂ ਹੋ ਗਈ ਸੀਗੀ। ਬਾਕੀ ਦੇ ਸਾਰੇ ਪਾਰਟ ਜਿਹੜੇ ਹੈਗੇ ਉਹ 26 ਜਨਵਰੀ ਤੋਂ ਜਿਹੜੇ ਸ਼ੁਰੂ ਹੁੰਦੇ ਹੈਗੇ। ਓਕੇ, ਤਾਂ ਇਸੇ ਤਰੀਕੇ ਦੇ ਨਾਲ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਜਿਹੜਾ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਜਿਹੜਾ ਮਨਾਉਣੇ ਹੈਗੇ ਜਾਂ ਲਾਅ ਡੇ ਵੀ ਇਸ ਨੂੰ ਕਹਿ ਦਿੰਦੇ ਆ, ਕਾਨੂੰਨੀ ਦਿਵਸ ਵੀ ਇਸ ਨੂੰ ਕਹਿ ਦਿੰਦੇ ਹੈਗੇ। ਸਾਲ 2023 ਦਾ ਜਿਹੜਾ ਹੈ ਕੌਨਸਟੀਟਿਊਸ਼ਨ ਡੇ ਸੀਗਾ, ਜਿਹੜਾ ਉਸ ਦਾ ਥੀਮ ਜਿਹੜਾ ਰਹੇਗਾ ਉਹ ਹੈ ਜੀ ਇੰਡੀਆ ਮਦਰ ਆਫ ਡੈਮੋਕ੍ਰੇਸੀ। ਇਹ ਥੀਮ ਹੈ 2023 ਦਾ, ਜੋ ਕਰੰਟ ਅਫੇਅਰ ਦਾ ਤੁਹਾਡਾ ਸਵਾਲ ਬਣ ਸਕਦਾ ਹੈ। ਓਕੇ, ਨੈਕਸਟ ਹੈ ਜੀ 407 ਨੰਬਰ, ਭਾਰਤੀ ਸੰਵਿਧਾਨ ਹੱਥ ਨਾਲ ਲਿਖਣ ਵਾਲਾ ਵਿਅਕਤੀ ਕੌਣ ਸੀਗਾ? ਕਨਈਆ ਲਾਲ, ਮਾਨਕ ਲਾਲ ਮੁਨਸ਼ੀ, ਬਾਲਾ ਸਾਹਿਬ ਗੰਗਾਧਰ ਖੇਰ, ਪ੍ਰੇਮ ਬਿਹਾਰੀ ਨਰੈਣ ਰਾਜਾਜੰਤ ਜਾਂ ਸ਼ਿਆਮ ਪ੍ਰਸਾਦ ਮੁਖਰਜੀ। ਜਿਹੜਾ ਭਾਰਤੀ ਸੰਵਿਧਾਨ ਸੀਗਾ ਇਹ ਸ਼ੁਰੂ ਦੇ ਵਿੱਚ ਟਾਈਪ ਨਹੀਂ ਕੀਤਾ ਗਿਆ ਸੀਗਾ, ਇਸ ਨੂੰ ਇੱਕ ਵਿਅਕਤੀ ਦੇ ਦੁਆਰਾ ਲਿਖਿਆ ਗਿਆ ਸੀ, ਖਾਸ ਸ਼ਖਸੀਅਤ ਦੇ ਦੁਆਰਾ। ਉਸਨੇ ਇਸ ਨੂੰ ਸਾਰੇ ਨੂੰ ਹੱਥੀਂ ਲਿਖਿਆ ਸੀਗਾ, ਹਿੰਦੀ ਅਤੇ ਇੰਗਲਿਸ਼ ਦੇ ਵਿੱਚ। ਸੋ ਉਸ ਵਿਅਕਤੀ ਦਾ ਨਾਮ ਹੈ ਜੀ ਪ੍ਰੇਮ ਬਿਹਾਰੀ ਨਰਾਇਣ ਰਾਏਜਾਦਾ। ਠੀਕ ਹੈ, ਪ੍ਰੇਮ ਬਿਹਾਰੀ ਨਰਾਇਣ ਜਾਦਾ ਜਿਹੜਾ ਹੈ ਇਸ ਨੇ ਸਾਡੇ ਭਾਰਤੀ ਸੰਵਿਧਾਨ ਨੂੰ ਹੱਥ ਨਾਲ ਲਿਖਿਆ ਸੀਗਾ, ਅਤੇ ਇਹ ਯਾਦ ਰੱਖਣਾ ਅੰਗਰੇਜ਼ੀ ਅਤੇ ਹਿੰਦੀ ਦੋਨਾਂ ਭਾਸ਼ਾਵਾਂ ਦੇ ਵਿੱਚ ਹੀ ਲਿਖਿਆ ਗਿਆ ਸੀ, ਜੋ ਕਿ ਇਹਦੀ ਅਸਲ ਕਾਪੀ ਸੀਗੀ। ਠੀਕ ਹੈ, ਜੋ ਲਿਖੀ ਗਈ ਸੀਗੀ। ਅਤੇ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਜਿਹੜੇ ਸੀਗੇ ਉਹ ਡਾਕਟਰ ਭੀਮ ਰਾਓ ਅੰਬੇਦਕਰ ਸੀਗੇ। ਸੋ ਉਹਨਾਂ ਨੇ ਜਿਹੜਾ ਹੈ ਇਸ ਦਾ ਸਾਰਾ ਢਾਂਚਾ ਤਿਆਰ ਕੀਤਾ ਸੀਗਾ, ਅਤੇ ਲਿਖਿਆ ਜਿਹੜਾ ਗਿਆ ਸੀ ਉਹ ਪ੍ਰੇਮ ਬਿਹਾਰੀ ਨਰਾਇਣ ਰਾਏਜਾਦਾ ਦੇ ਦੁਆਰਾ ਗਿਆ ਸੀ। ਨੈਕਸਟ ਹੈ ਜੀ 408 ਨੰਬਰ, ਹੇਠ ਲਿਖਣ ਦੇ ਵਿੱਚੋਂ ਕੌਣ ਸੰਵਿਧਾਨ ਸਭਾ ਦਾ ਪ੍ਰਧਾਨ ਸੀਗਾ ਜੀ? ਜਗਜੀਵਨ ਰਾਮ, ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ ਜਾਂ ਡਾਕਟਰ ਰਜਿੰਦਰ ਪ੍ਰਸਾਦ। ਸੰਵਿਧਾਨ ਸਭਾ ਕੌਨਸਟੀਟਿਊਸ਼ਨਲ ਅਸੈਂਬਲੀ ਦਾ ਪ੍ਰਧਾਨ ਕੌਣ ਇਹਨਾਂ ਦੇ ਵਿੱਚੋਂ? ਸੋ ਇਹਨਾਂ ਦੇ ਵਿੱਚੋਂ ਡਾਕਟਰ ਰਜਿੰਦਰ ਪ੍ਰਸਾਦ, ਜੋ ਕਿ ਸਾਡੇ ਭਾਰਤ ਦੇ ਸਭ ਤੋਂ ਪਹਿਲੇ ਰਾਸ਼ਟਰਪਤੀ ਹੈਗੇ ਆ, ਅਤੇ ਇਸ ਤੋਂ ਇਲਾਵਾ ਇਹ ਸੰਵਿਧਾਨ ਸਭਾ ਦੇ ਪ੍ਰਧਾਨ ਵੀ ਰਹੇ ਆ ਪਹਿਲੇ। ਓਕੇ, ਸੰਵਿਧਾਨ ਸਭਾ ਦਾ ਜਿਹੜਾ ਗਠਨ ਕੀਤਾ ਗਿਆ ਸੀਗਾ ਉਹ 9 ਦਸੰਬਰ 1946 ਨੂੰ ਕੀਤਾ ਗਿਆ ਸੀਗਾ। ਠੀਕ ਹੈ, 9 ਦਸੰਬਰ 1946 ਨੂੰ ਕੀਤਾ ਗਿਆ ਸੀਗਾ। ਇਸੇ ਦਿਨ ਹੀ ਜਿਹੜਾ ਹੈ ਸਾਡੇ ਸੰਵਿਧਾਨ ਦੇ ਵਿੱਚ ਪਹਿਲੇ ਅਸਥਾਈ ਪ੍ਰਧਾਨ ਚੁਣੇ ਗਏ ਸੀ, ਜਿਨ੍ਹਾਂ ਦਾ ਨਾਮ ਸੀ ਡਾਕਟਰ ਸੱਚਾਨੰਦ ਸਨੇਹਾ, ਜੋ ਕਿ 9 ਦਸੰਬਰ ਤੋਂ ਲੈ ਕੇ 11 ਦਸੰਬਰ 1946 ਤੱਕ ਰਹੇ ਸੀ, ਯਾਨੀ ਕਿ ਟੋਟਲ 2 ਦਿਨ ਜਿਹੜਾ ਹੈ ਭਾਰਤੀ ਸੰਵਿਧਾਨ ਸਭਾ ਦੇ ਜਿਹੜਾ ਹੈ ਇਹ ਪ੍ਰਧਾਨ ਰਹੇ ਸੀ, ਉਹ ਵੀ ਅਸਥਾਈ, ਨੋਨ ਪਰਮਾਨੈਂਟ। ਠੀਕ ਹੈ, ਸੋ ਇਹਦਾ ਮੁੱਖ ਕੰਮ ਕੀ ਸੀਗਾ ਜੀ ਸੰਵਿਧਾਨ ਸਭਾ ਦਾ? ਸੰਵਿਧਾਨ ਬਣਾਉਣਾ। ਠੀਕ ਹੈ, ਸੰਵਿਧਾਨ ਬਣਾਉਣਾ ਇਸ ਦਾ ਮੁੱਖ ਕੰਮ ਸੀਗਾ। ਅਤੇ ਸੰਵਿਧਾਨ ਸਭਾ ਦਾ ਜਿਹੜਾ ਗਠਨ ਕੀਤਾ ਗਿਆ, ਆ ਵੀ 2-3 ਵਾਰ ਰਿਪੀਟ ਹੋ ਚੁੱਕਾ ਕੁਐਸਚਨ, ਕਿ ਸੰਵਿਧਾਨ ਸਭਾ ਦਾ ਗਠਨ ਕਿਸ ਦੀ ਸਿਫਾਰਿਸ਼ ਦੇ ਉੱਪਰ ਕੀਤਾ ਗਿਆ ਸੀਗਾ ਜੀ? ਕੈਬਨਿਟ ਮਿਸ਼ਨ ਦੇ ਆਧਾਰ ਦੇ ਉੱਪਰ। ਠੀਕ ਹੈ, ਕੈਬਨਿਟ ਮਿਸ਼ਨ ਦੀ ਸਿਫਾਰਿਸ਼ ਦੇ ਉੱਪਰ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀਗਾ, ਜੋ ਕਿ ਜੁਲਾਈ ਦੇ ਵਿੱਚ ਜਿਹੜਾ ਹੈ ਬਣਾਈ ਗਈ ਸੀਗੀ। ਓਕੇ, ਸੰਵਿਧਾਨ ਸਭਾ ਦੇ ਪਹਿਲੇ ਸਥਾਈ, ਇੱਥੇ ਧਿਆਨ ਰੱਖਣਾ, ਅਸਥਾਈ ਪਹਿਲੇ ਡਾਕਟਰ ਸੱਚਾਨੰਦ ਸਨੇਹਾ, ਜੋ ਕਿ ਵਾਰ-ਵਾਰ ਐਗਜ਼ਾਮ ਦੇ ਵਿੱਚ ਆਉਂਦਾ ਹੈ। ਦੂਸਰਾ ਹੈ ਸਥਾਈ ਪ੍ਰਧਾਨ, ਜੋ ਕਿ ਪਰਮਾਨੈਂਟ ਹੈਗੇ, ਯਾਨੀ ਕਿ ਜਦੋਂ ਤੋਂ ਬਣ ਚੁੱਕੀ ਸੀਗੀ ਸੰਵਿਧਾਨ ਸਭਾ ਅਤੇ ਜਦੋਂ ਤੱਕ ਉਹ ਸਮਾਪਤ ਨਹੀਂ ਹੋਈ ਸੀ ਉਦੋਂ ਤੱਕ ਜਿਹੜੇ ਪ੍ਰਧਾਨ ਰਹੇ ਨੇ ਉਹ ਡਾਕਟਰ ਰਜਿੰਦਰ ਪ੍ਰਸਾਦ, ਜੋ ਕਿ 11 ਦਸੰਬਰ 1946 ਤੋਂ ਆਪਣਾ ਕਾਰਜਕਾਲ ਸ਼ੁਰੂ ਕਰਦੇ ਅਤੇ ਤਕਰੀਬਨ 24 ਜਨਵਰੀ 1950 ਤੱਕ ਇਸ ਦੇ ਜਿਹੜੇ ਆ ਚੇਅਰਮੈਨ ਰਹਿੰਦੇ ਹੈਗੇ। ਇਹਦੇ ਨਾਲ ਹੀ ਉਪ ਪ੍ਰਧਾਨ ਵੀ ਚੁਣੇ ਗਏ ਸੀਗੇ ਜੀ, ਜਿਹਦੇ ਵਿੱਚੋਂ HC ਮੁਖਰਜੀ ਅਤੇ VT ਕ੍ਰਿਸ਼ਨਾਮਚਾਰੀਆ ਜਿਹੜੇ ਹੈਗੇ ਨੇ ਇਹ ਉਪ ਪ੍ਰਧਾਨ ਸੀਗੇ। 2 ਵਾਈਸ ਚੇਅਰਮੈਨ ਸੀਗੇ ਜੀ ਸੰਵਿਧਾਨ ਸਭਾ ਦੇ, ਅਤੇ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਸੀ ਜੀ, ਉਹਦੇ ਚੇਅਰਮੈਨ ਬਣਾਏ ਗਏ ਸੀ ਡਾਕਟਰ BR ਅੰਬੇਦਕਰ ਨੂੰ, ਅਤੇ ਇੱਕ ਸੰਵਿਧਾਨਿਕ ਸਲਾਹਕਾਰ ਯਾਨੀ ਕਿ ਕਾਨੂੰਨੀ ਸਲਾਹਕਾਰ ਸੀਗਾ ਜੀ, ਉਹ ਸੀਗਾ BN ਰਾਓ। ਇਹਨਾਂ ਦੇ ਵਿੱਚੋਂ ਕੌਨਸਟੀਟਿਊਸ਼ਨ ਵਾਲੇ ਚੈਪਟਰ 'ਚੋਂ ਤੁਹਾਡਾ ਸਵਾਲ ਇੱਥੋਂ ਇੱਕ ਜ਼ਰੂਰ ਬਣਦਾ ਹੀ ਬਣਦਾ ਹੈ, ਚਾਹੇ ਕੋਈ ਵੀ ਐਗਜ਼ਾਮ ਹੈ। ਨੈਕਸਟ ਹੈ 409 ਨੰਬਰ, ਭਾਰਤੀ ਸੰਵਿਧਾਨ ਅਤੇ ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਦਸਤਖਤ ਕੀਤੇ ਗਏ ਸੀਗੇ 24 ਜਨਵਰੀ 1949 ਨੂੰ, 26 ਨਵੰਬਰ 1948 ਨੂੰ, 26 ਨਵੰਬਰ 1949 ਨੂੰ ਜਾਂ 24 ਜਨਵਰੀ 1952 ਨੂੰ।
ਭਾਰਤੀ ਸੰਵਿਧਾਨ ਦੇ ਉੱਪਰ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਜਿਹੜੇ ਸਾਈਨ ਕੀਤੇ ਸੀ, ਆਖਰੀ ਸਾਈਨ ਉਹ 24 ਜਨਵਰੀ 1950 ਨੂੰ ਕੀਤੇ ਗਏ ਸੀਗੇ ਅਤੇ 26 ਜਨਵਰੀ 1950 ਤੋਂ ਸਾਡਾ ਸੰਵਿਧਾਨ ਜਿਹੜਾ ਹੈ ਉਹ ਲਾਗੂ ਹੋ ਜਾਂਦਾ ਹੈ। ਇਸ ਦਿਨ ਸਾਰੇ ਵਿਅਕਤੀਆਂ ਨੇ ਮਿਲ ਕੇ ਜਿਹੜਾ ਉਹ ਸਾਈਨ ਕਰ ਦਿੱਤੇ ਸੀਗੇ ਅਤੇ ਆਖਰੀ ਵਿਅਕਤੀ ਜਿਹਨੇ ਸਾਈਨ ਕੀਤੇ ਸੀ ਉਹ ਡਾਕਟਰ ਰਾਜਿੰਦਰ ਪ੍ਰਸਾਦ ਸੀ, ਕਿਉਂਕਿ ਚੇਅਰਮੈਨ ਸੀ, ਉਸਦੇ ਸਾਈਨ ਆਖਰ ਦੇ ਵਿੱਚ ਹੋਏ ਸੀਗੇ ਇਹਨਾਂ ਤੋਂ। ਓਕੇ, ਭਾਰਤੀ ਸੰਵਿਧਾਨ ਸਭਾ ਦਾ ਰਚਨਾ ਕਰਨ ਦੇ ਲਈ ਜਿਹੜਾ ਹੈ ਇਸ ਨੂੰ ਗਠਿਤ ਕੀਤਾ ਗਿਆ ਸੀਗਾ ਅਤੇ ਸੰਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈਗੀ ਉਹ 13 ਦਸੰਬਰ 1946 ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਤਹਿਤ ਹੀ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਹੈਗੇ ਉਹ ਆਪਣੇ ਜਿਹੜਾ ਹੈ ਉਦੇਸ਼ ਪੇਸ਼ ਕਰਦੇ ਹੈਗੇ ਸੰਵਿਧਾਨ ਸਭਾ ਨੂੰ ਲੈ ਕੇ, ਜਿਹਨੂੰ ਉਦੇਸ਼ ਪ੍ਰਸਤਾਵ ਵੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਉਹਨਾਂ ਨੇ ਕੁਝ ਚੁਣਿੰਦਾ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਐਡ ਕੀਤਾ ਗਿਆ ਸੀਗਾ। ਠੀਕ ਹੈ, ਸੰਵਿਧਾਨ ਸਭਾ ਦੇ ਨਾਲ ਸੰਬੰਧਿਤ ਕੁਝ ਪ੍ਰਮੁੱਖ ਡੇਟਾਂ, ਜਿਹਦੇ ਵਿੱਚ 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੇ ਭਾਰਤੀ ਸੰਵਿਧਾਨ ਨੂੰ ਸਵੀਕਾਰ ਕਰ ਲਿੱਤਾ ਸੀਗਾ ਅਤੇ ਇਸ ਦੀਆਂ ਕੁਝ ਧਾਰਾਵਾਂ ਜਿਵੇਂ ਸਿਟੀਜ਼ਨਸ਼ਿਪ ਹੋ ਗਿਆ ਸੀਗਾ ਅਤੇ ਇਲੈਕਸ਼ਨ ਜਿਹੜੀ ਆ ਉਹ ਲਾਗੂ ਕਰ ਦਿੱਤੀ ਸੀਗੀ। 24 ਜਨਵਰੀ 1950 ਨੂੰ ਜਿਹੜਾ ਹੈ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਉਸ ਦੇ ਉੱਪਰ ਦਸਤਖਤ ਕੀਤੇ ਸੀਗੇ ਅਤੇ 26 ਜਨਵਰੀ 1950 ਨੂੰ ਪੂਰਾ ਦਾ ਪੂਰਾ ਭਾਰਤੀ ਸੰਵਿਧਾਨ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਗਿਆ ਸੀਗਾ। ਨੈਕਸਟ ਹੈ ਜੀ 410 ਨੰਬਰ, ਭਾਰਤੀ ਸੰਵਿਧਾਨ ਸਭਾ ਦੁਆਰਾ ਕਿਹੜੇ ਸਾਲ ਦੇ ਵਿੱਚ ਰਾਸ਼ਟਰੀ ਗੀਤ ਨੂੰ ਅਪਣਾਇਆ ਗਿਆ ਸੀਗਾ? 1949 'ਚ, 1947 'ਚ, 1950 ਦੇ ਵਿੱਚ ਜਾਂ 1952 ਦੇ ਵਿੱਚ? ਭਾਰਤੀ ਸੰਵਿਧਾਨ ਸਭਾ ਦੇ ਦੁਆਰਾ ਇਸ ਨੂੰ 1950 ਦੇ ਵਿੱਚ ਜਿਹੜਾ ਹੈ ਰਾਸ਼ਟਰੀ ਗੀਤ ਨੂੰ ਅਪਣਾ ਲਿਆ ਗਿਆ ਸੀਗਾ। ਵੈਸੇ ਇਹ ਰਾਸ਼ਟਰੀ ਗੀਤ ਜਿਹੜਾ ਹੈ 1911 ਦੇ ਵਿੱਚ ਕੋਲਕਾਤਾ ਸੈਸ਼ਨ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਉਹ ਗਾਇਆ ਗਿਆ ਸੀਗਾ। ਇਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਭਾਰਤੀ ਸੰਵਿਧਾਨ ਸਭਾ ਦੇ ਦੁਆਰਾ 24 ਜਨਵਰੀ 1950 ਨੂੰ ਅਡਾਪਟ ਕਰ ਲਿੱਤਾ ਸੀ ਰਾਸ਼ਟਰੀ ਗੀਤ ਦੇ ਵਜੋਂ। ਠੀਕ ਹੈ, ਇਸ ਦਾ ਹਿੰਦੀ ਸੰਸਕਰਣ ਵੀ ਹੈ, ਬਟ ਇਹ ਰਵਿੰਦਰਨਾਥ ਟੈਗੋਰ ਦੇ ਦੁਆਰਾ ਮੂਲ ਭਾਸ਼ਾ ਦੇ ਵਿੱਚ ਬੰਗਾਲੀ ਦੇ ਵਿੱਚ ਲਿਖਿਆ ਗਿਆ ਹੈ। ਠੀਕ ਹੈ, ਬੰਗਾਲੀ ਦੇ ਵਿੱਚ ਇਸ ਨੂੰ ਲਿਖਿਆ ਗਿਆ ਸੀ, ਰਵਿੰਦਰਨਾਥ ਟੈਗੋਰ ਦੇ ਦੁਆਰਾ ਲਿਖਿਆ ਗਿਆ ਸੀਗਾ ਅਤੇ ਗੀਤ ਤਕਰੀਬਨ 52 ਸੈਕਿੰਡ ਦੇ ਵਿੱਚ ਗਾਇਆ ਜਾਂਦਾ ਹੈ। ਨੈਕਸਟ ਹੈ 411, ਸੰਵਿਧਾਨ ਸਭਾ ਦੇ ਲਗਭਗ 300 ਮੈਂਬਰ ਭਾਰਤ ਦਾ ਸੰਵਿਧਾਨ ਲਿਖਣ ਸਮੇਂ ਦੇ ਉੱਪਰ ਮਿਲੇ ਸੀਗੇ। ਕਿੰਨੇ ਸਾਲਾਂ ਦੇ ਲਈ? 3 ਸਾਲਾਂ ਦੇ ਲਈ, 4 ਸਾਲਾਂ ਦੇ ਲਈ, 5 ਸਾਲਾਂ ਦੇ ਲਈ ਜਾਂ 2 ਸਾਲਾਂ ਦੇ ਲਈ? ਸੰਵਿਧਾਨ ਸਭਾ ਦੇ 300 ਮੈਂਬਰ ਸੀਗੇ ਜੋ ਸੰਵਿਧਾਨ ਨੂੰ ਲਿਖਣ ਜਾਂ ਤਿਆਰ ਕਰਨ ਦੇ ਲਈ ਸਮੇਂ ਦੇ ਉੱਪਰ ਕਿੰਨੇ ਸਮੇਂ ਤੱਕ ਮਿਲਦੇ ਰਹੇ, ਜਿਸ ਤੋਂ ਬਾਅਦ ਸਾਡਾ ਭਾਰਤੀ ਸੰਵਿਧਾਨ ਤਿਆਰ ਹੋਇਆ। ਸੋ ਉਹਦੇ ਲਈ ਸਮਾਂ ਲੱਗਿਆ ਇਹਨਾਂ ਆਪਸ਼ਨਾਂ ਦੇ ਅਕੋਰਡਿੰਗ 3 ਸਾਲ। ਤਾਂ ਤਕਰੀਬਨ 3 ਸਾਲਾਂ ਤੱਕ ਜਿਹੜਾ ਉਹ ਮਿਲਦੇ ਰਹੇ ਸੀਗੇ, ਜਿਸ ਦੇ ਤਹਿਤ ਉਹਨਾਂ ਨੇ ਸਾਡੇ ਕੌਨਸਟੀਟਿਊਸ਼ਨ ਨੂੰ ਜਿਹੜਾ ਉਹ ਤਿਆਰ ਕੀਤਾ। ਸੰਵਿਧਾਨ ਸਭਾ ਦੇ ਲਗਭਗ 300 ਮੈਂਬਰ, ਠੀਕ ਹੈ, ਜਿਨ੍ਹਾਂ ਨੇ ਕਿ ਸਾਡੇ ਭਾਰਤ ਦਾ ਸੰਵਿਧਾਨ ਦਾ ਖਾੜਾ ਤਿਆਰ ਕੀਤਾ। ਸੋ ਉਹਨਾਂ ਨੇ ਤਕਰੀਬਨ 2 ਸਾਲ 11 ਮਹੀਨੇ 18 ਦਿਨਾਂ ਤੱਕ ਜਿਹੜਾ ਹੈ ਮੀਟਿੰਗਸ ਕੀਤੀਆਂ ਸੀਗੀਆਂ, ਜੋ ਲਗਭਗ 3 ਸਾਲ ਬਣ ਜਾਂਦੀਆਂ, ਜਿਵੇਂ ਆਪਣੇ ਆਪਸ਼ਨ ਦੇ ਵਿੱਚ ਹੈ। ਤਾਂ ਧਿਆਨ ਰੱਖਣਾ ਇਸ ਚੀਜ਼ ਦਾ, 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ ਸੀਗਾ ਅਤੇ ਇਸ ਖਰੜੇ ਦੇ ਉੱਪਰ ਕੁੱਲ 114 ਦਿਨਾਂ ਤੱਕ ਬਹਿਸ ਹੋਈ ਸੀਗੀ। ਠੀਕ ਹੈ, ਖਰੜਾ ਜਦੋਂ ਤਿਆਰ ਹੋ ਗਿਆ ਸੀ ਤਾਂ ਉਹਦੇ ਉੱਪਰ ਤਕਰੀਬਨ 114 ਦਿਨਾਂ ਤੱਕ ਡਿਸਕਸ਼ਨ ਜਾਂ ਬਹਿਸ ਜਿਹੜੀ ਉਹ ਹੋਈ ਸੀਗੀ। ਨੈਕਸਟ ਹੈ ਜੀ 12 ਨੰਬਰ ਕੁਐਸਚਨ, ਸੰਵਿਧਾਨ ਸਭਾ ਦਾ 10ਵਾਂ ਇਜਲਾਸ ਕਦੋਂ ਹੋਇਆ ਸੀਗਾ? 6 ਤੋਂ 17 ਅਕਤੂਬਰ 1949, 4 ਨਵੰਬਰ ਤੋਂ 1948 ਤੋਂ ਲੈ ਕੇ 8 ਜਨਵਰੀ 1949 ਤੱਕ, 16 ਮਈ ਤੋਂ ਲੈ ਕੇ 16 ਜੂਨ 1949 ਜਾਂ 14 ਤੋਂ ਲੈ ਕੇ 31 ਜੁਲਾਈ 1947। ਸੰਵਿਧਾਨ ਦਾ 10ਵਾਂ ਇਜਲਾਸ ਜਿਹੜਾ ਹੈ ਉਹ 6 ਅਕਤੂਬਰ ਤੋਂ ਲੈ ਕੇ 17 ਅਕਤੂਬਰ 1949 ਤੱਕ ਹੋਇਆ ਸੀਗਾ। ਇਹ 10ਵਾਂ ਇਜਲਾਸ, ਟੋਟਲ 11 ਇਜਲਾਸ ਹੋਇਆ, 11 ਸੈਸ਼ਨ ਹੋਏ ਸੀਗੇ। ਓਕੇ, ਟੋਟਲ 11 ਸੈਸ਼ਨ ਹੋਇਆ। ਪਹਿਲਾ ਸੈਸ਼ਨ 9 ਤੋਂ 23 ਦਸੰਬਰ 1946 ਦੇ ਵਿੱਚ, ਇਹ ਇੰਪੋਰਟੈਂਟ ਹੈ, ਠੀਕ ਹੈ, ਐਗਜ਼ਾਮ ਦੇ ਪੱਖ ਤੋਂ। ਦੂਸਰਾ ਸੈਸ਼ਨ 20 ਤੋਂ 25 ਜਨਵਰੀ 1947 ਦੇ ਵਿੱਚ। ਤੀਜਾ ਸੈਸ਼ਨ 28 ਅਪ੍ਰੈਲ ਤੋਂ 2 ਮਈ 1947। ਚੌਥਾ ਸੈਸ਼ਨ 14 ਤੋਂ 31 ਜੁਲਾਈ 1947। ਪੰਜਵਾਂ ਸੈਸ਼ਨ 14 ਤੋਂ 30 ਅਗਸਤ 1947। ਛੇਵਾਂ ਸੈਸ਼ਨ 27 ਜਨਵਰੀ 1948 ਤੱਕ। ਸੱਤਵਾਂ ਸੈਸ਼ਨ 4 ਨਵੰਬਰ 1948 ਤੋਂ ਲੈ ਕੇ 8 ਜਨਵਰੀ 1949 ਤੱਕ। 8ਵਾਂ ਸੈਸ਼ਨ 16 ਮਈ ਤੋਂ ਲੈ ਕੇ 16 ਜੂਨ 1949 ਤੱਕ ਅਤੇ 9ਵਾਂ ਸੈਸ਼ਨ 30 ਜੁਲਾਈ ਤੋਂ ਲੈ ਕੇ 18 ਸਤੰਬਰ 1949 ਅਤੇ 10ਵਾਂ ਸੈਸ਼ਨ 6 ਤੋਂ 17 ਅਕਤੂਬਰ 1949, ਠੀਕ ਹੈ। ਅਤੇ 11ਵਾਂ ਸੈਸ਼ਨ ਜਿਹੜਾ ਹੈ ਇਹ 14 ਨਵੰਬਰ ਤੋਂ ਲੈ ਕੇ 26 ਨਵੰਬਰ 1949 ਤੱਕ ਹੈ। ਇਹ ਮੋਸਟ ਇੰਪੋਰਟੈਂਟ ਹੈ, ਠੀਕ ਹੈ। ਲਾਸਟ ਵਾਲੇ 2 ਹੈ ਅਤੇ ਪਹਿਲੇ 2 ਵਾਲੇ ਇਹ ਇੰਪੋਰਟੈਂਟ ਹੈ ਐਗਜ਼ਾਮ ਦੇ ਪੱਖ ਤੋਂ। ਨੈਕਸਟ ਹੈ ਜੀ 13 ਨੰਬਰ, ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਸੰਬਰ 1947 ਤੱਕ ਭਾਰਤ ਦਾ ਸੰਵਿਧਾਨ ਲਿਖਣ ਵਾਲੀ ਸੰਵਿਧਾਨ ਸਭਾ ਦੇ ਮੈਂਬਰ ਸੀਗੇ 230, 275, 299 ਜਾਂ 245। ਜਾਣਕਾਰੀ ਦੇ ਅਨੁਸਾਰ 1947 ਤੱਕ ਦਸੰਬਰ ਮਹੀਨੇ ਦੇ ਵਿੱਚ ਸੰਵਿਧਾਨ ਸਭਾ ਨੂੰ ਲਿਖਣ ਵਾਲੀ ਜਿਹੜੀ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਦੀ ਸੰਖਿਆ 248 ਸੀ। ਇਹ ਦਸੰਬਰ ਦੀ ਗੱਲ ਹੋ ਰਹੀ ਹੈ ਕਿਉਂਕਿ ਅਗਸਤ ਜਾਣੀ ਕਿ 15 ਅਗਸਤ 1947 ਤੋਂ ਪਹਿਲਾਂ ਇਹ 399 ਸੀਗੇ।
99 ਸੀ। ਠੀਕ ਹੈ, ਇਹਦੇ ਵਿੱਚੋਂ 99 ਜਿਹੜੇ ਹੈ ਉਹ ਪਾਕਿਸਤਾਨ 'ਚ ਚਲੇ ਗਏ ਸੀਗੇ ਅਤੇ ਬਾਕੀ ਜਿਹੜੇ ਉਹ ਸਾਡੇ ਭਾਰਤ ਦੇ ਵਿੱਚ ਰਹਿ ਗਏ ਸੀਗੇ। ਇਸ ਕਰਕੇ ਇਹਨਾਂ ਦੀ ਸੰਖਿਆ 299 ਰਹਿ ਗਈ ਸੀਗੀ। ਠੀਕ ਹੈ, ਦਸੰਬਰ 1947 ਦਾ ਪੁੱਛਿਆ ਗਿਆ ਹੈ। ਜੇ 15 ਅਗਸਤ ਪੁੱਛਦਾ ਤਾਂ ਉਸ ਦੌਰਾਨ ਇਹ ਵੱਧ ਰਹਿੰਦੇ ਹੈਗੇ 399, ਉਹਨਾਂ ਦੇ ਵਿੱਚੋਂ 299 ਸਿਰਫ ਭਾਰਤ ਦੇ ਵਿੱਚ ਰਹਿ ਗਏ ਸੀ। ਅਤੇ ਸੰਵਿਧਾਨ ਦੇ ਉੱਪਰ ਆਖਰੀ ਸਾਈਨ ਜਿਹੜੇ ਕੀਤੇ ਗਏ ਸੀ ਉਹ 294 ਮੈਂਬਰਾਂ ਨੇ ਕੀਤੇ ਸੀ ਟੋਟਲ 299 'ਚ। ਓਕੇ, ਨੈਕਸਟ ਹੈ ਜੀ 14 ਨੰਬਰ, ਸੰਵਿਧਾਨ ਸਭਾ ਨੂੰ ਕਿਸ ਸਾਲ ਅਸਥਾਈ ਸੰਸਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ? 1949 'ਚ, 1953 'ਚ, 1947 'ਚ ਜਾਂ 1950 'ਚ? ਸੰਵਿਧਾਨ ਨੂੰ 1950 ਦੇ ਵਿੱਚ ਹੀ ਅਸਥਾਈ ਜਿਹੜਾ ਸੰਸਦ ਰੂਪ ਦੇ ਵਿੱਚ ਕਨਵਰਟ ਕਰ ਦਿੱਤਾ ਸੀ। ਅਸਥਾਈ ਦਾ ਮਤਲਬ ਹੈ ਕਿ ਇੱਥੇ ਚੁਣੇ ਨਹੀਂ ਗਏ ਹੈਗੇ, ਕਿ ਬਸ ਇਹ ਚੁਣ ਲਿਆ ਗਿਆ ਸੀ ਕਿ ਕੋਈ ਕਾਨੂੰਨ ਬਣਾਉਣਾ ਪੈ ਗਿਆ ਤੇ ਬਣਾ ਦੇਣਗੇ। ਬਸ ਇਹ ਕੰਮ ਜਿਹੜਾ ਸੰਸਦ ਦਾ ਹੁੰਦਾ, ਅਤੇ ਸੰਸਦ ਜਿਹੜੀ ਹੈ ਉਹ 1952 ਦੀਆਂ ਚੋਣਾਂ ਤੋਂ ਬਾਅਦ ਕ੍ਰੀਏਟ ਹੁੰਦੀ ਹੈ। ਇਸ ਕਰਕੇ ਉਨੇ ਸਮੇਂ ਤੱਕ ਜਦੋਂ ਤੱਕ ਚੋਣਾਂ ਨਹੀਂ ਹੋਈਆਂ ਸੀਗੀਆਂ, ਸੰਵਿਧਾਨ ਸਭਾ ਨੂੰ ਹੀ ਅਸਥਾਈ ਸੰਸਦ ਦੇ ਵਿੱਚ ਤਬਦੀਲ ਕਰ ਦਿੱਤਾ ਸੀ। ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਨਵੀਂ ਦਿੱਲੀ ਦੀ ਪਾਰਲੀਮੈਂਟ ਹਾਲ ਦੇ ਵਿੱਚ ਹੋਈ ਸੀਗੀ, ਜਿਸ ਨੂੰ ਕਿ ਹੁਣ ਸੰਸਦ ਭਵਨ ਦਾ ਕੇਂਦਰੀ ਹਾਲ ਦੇ ਵਜੋਂ ਜਾਣਿਆ ਜਾਂਦਾ ਹੈਗਾ ਗਾ। ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਬਣਾਇਆ ਗਿਆ ਸੀਗਾ ਅਤੇ ਇਸ ਦੇ ਮੈਂਬਰ 24 ਜਨਵਰੀ 1950 ਦੇ ਉੱਪਰ ਇਸ ਦੇ ਉੱਪਰ ਦਸਤਖਤ ਕਰਦੇ ਹੈਗੇ ਨੇ, ਅਤੇ 26 ਜਨਵਰੀ ਤੋਂ ਜਿਹੜਾ ਹੈ ਭਾਰਤ ਸੰਵਿਧਾਨ 1950 ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ। ਉਸ ਦਿਨ ਤੋਂ ਹੀ ਲੈ ਕੇ ਜਦੋਂ ਤੱਕ 1952 ਦੀਆਂ ਚੋਣਾਂ ਨਹੀਂ ਹੋਈਆਂ ਸੀ, ਉਦੋਂ ਤੱਕ ਸੰਵਿਧਾਨ ਸਭਾ ਦੇ ਮੈਂਬਰ ਹੀ ਸੰਸਦ ਦੇ ਅਸਥਾਈ ਮੈਂਬਰ ਜਿਹੜੇ ਹੈ ਉਹ ਰਹੇ ਸੀਗੇ। ਬਾਅਦ ਦੇ ਵਿੱਚ 1952 ਦੇ ਵਿੱਚ ਚੋਣਾਂ ਹੋ ਕੇ ਜਿਹੜਾ ਹੈ ਇਹਨਾਂ ਨੇ ਸਥਾਈ ਪਾਰਲੀਮੈਂਟ ਜਿਹੜੀ ਹੈ ਉਹ ਇਸਟੈਬਲਿਸ਼ ਕਰ ਦਿੱਤੀ ਸੀ। 15 ਨੰਬਰ ਹੈ ਜੀ, ਭਾਰਤ ਦਾ ਸੰਵਿਧਾਨ ਬਣਾਉਣ ਵਾਲੀ ਸੰਵਿਧਾਨ ਸਭਾ ਦੇ ਵਿੱਚ ਕੁੱਲ ਕਿੰਨੀਆਂ ਮਹਿਲਾਵਾਂ ਮੈਂਬਰ ਸੀਗੀਆਂ? 10, 12, 15 ਜਾਂ 14? ਭਾਰਤੀ ਸੰਵਿਧਾਨ ਬਣਾਉਣ ਦੇ ਵਿੱਚ ਜਿੱਥੇ ਬਹੁਤ ਸਾਰੇ ਮੇਲਸ ਦਾ ਯੋਗਦਾਨ ਰਿਹਾ ਹੈ, ਉੱਥੇ ਹੀ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਸੀ ਉਹਨਾਂ ਦਾ ਵੀ ਯੋਗਦਾਨ ਰਿਹਾ ਹੈ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਕੁੱਲ 15 ਲੇਡੀਜ਼ ਜਿਹੜੀਆਂ ਸੀ ਉਹਨਾਂ ਨੇ ਪਾਰਟੀਸਪੇਟ ਕੀਤਾ ਸੀ, ਜੋ ਮੈਂਬਰ ਦੇ ਤੌਰ ਦੇ ਉੱਪਰ ਸੰਵਿਧਾਨ ਸਭਾ ਦੇ ਵਿੱਚ ਸੀਗੀਆਂ। ਇਹ 15 ਮਹਿਲਾਵਾਂ ਕਿਹੜੀਆਂ ਸੀਗੀਆਂ ਜੀ? ਪਹਿਲੀ ਹੈ ਜੀ ਅੰਮੂ ਸਵਾਮੀਨਾਥਨ, ਜੋ ਕਿ ਮਦਰਾਸ ਤੋਂ ਸੀਗੇ ਜੀ। ਦਕਸ਼ਨੀ ਜਾਨੀ ਵੇਲਾਯੁਧਨ ਜਿਹੜੀ ਸੀ ਇਹ ਕੋਚੀਨ ਤੋਂ ਸੀਗੀ, ਅਤੇ ਇਹ ਪੁਲੀਆ ਭਾਈਚਾਰੇ ਦੇ ਨਾਲ ਸੰਬੰਧਿਤ ਅਤੇ ਗੰਭੀਰ ਭੇਦਭਾਵ ਦੇ ਦੁਆਰਾ ਜਿਹੜਾ ਕੀਤਾ ਜਾਣ ਵਾਲਾ ਸੀ ਉਹ ਇਹਨਾਂ ਦੇ ਨਾਲ ਹੁੰਦਾ ਸੀਗਾ। ਸੋ ਉਹਨਾਂ ਦੇ ਵਿੱਚੋਂ ਪ੍ਰਾਪਤ ਕਰਨ ਵਾਲੀ ਜਾਂ ਉਸ ਭਾਈਚਾਰੇ ਦੇ ਵਿੱਚੋਂ, ਜਿਸ ਦਾ ਨਾਮ ਹੈ ਪੁਲੀਆ ਭਾਈਚਾਰਾ, ਉਸ ਭਾਈਚਾਰੇ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲੀ ਪਹਿਲੀ ਲੇਡੀਜ਼ ਕਹਿ ਸਕਦੇ ਹਾਂ, ਜਾਂ ਲੋਕਾਂ ਦੀ ਪਹਿਲੀ ਪੀੜ੍ਹੀ ਦੇ ਵਿੱਚੋਂ ਇੱਕ ਸੀਗੀ ਦਕਸ਼ਨਾ ਜਾਨੀ। ਠੀਕ ਹੈ, ਵੈਰੀ ਇੰਡੀਆ। ਅਤੇ ਉੱਪਰਲਾ ਕੱਪੜਾ ਪਹਿਨਣ ਵਾਲੀ ਭਾਰਤ ਦੀ ਪਹਿਲੀ ਲੇਡੀਜ਼ ਬਣਦੀ ਹੈ ਜੋ ਇਸ ਭਾਈਚਾਰੇ ਦੇ ਨਾਲ ਸੰਬੰਧ ਸੀ, ਮਤਲਬ ਆਪਣੇ ਸਤਨ ਵਗੈਰਾ ਜਿਹੜੇ ਉਹ ਢੱਕ ਕੇ ਰੱਖਣ ਵਾਲੀ ਪਹਿਲੀ ਲੇਡੀਜ਼ ਬਣਦੀ ਹੈਗੀ ਇਹ ਵਾਲੀ। ਓਕੇ, ਅਤੇ ਇਹ 1946 ਦੇ ਵਿੱਚ ਸੰਵਿਧਾਨ ਸਭਾ ਦੇ ਲਈ ਚੁਣੀ ਜਾਣ ਵਾਲੀ ਭਾਰਤ ਦੀ ਪਹਿਲੀ ਅਤੇ ਇਕਲੌਤੀ ਦਲਿਤ ਔਰਤ ਹੈ। ਇਹ 'ਚ 3 ਕੁਐਸਚਨ ਬਣ ਰਹੇ ਹੈਗੇ, ਯਾਦ ਰੱਖਣਾ। ਠੀਕ ਹੈ, ਦਕਸ਼ਨਾ ਜਾਨੀ ਦੇ ਵਿੱਚੋਂ ਇੱਕ ਤਾਂ ਇਹ ਪਹਿਲੀ ਪੀੜ੍ਹੀ ਹੈ ਜਿਸ ਨੇ ਕਿ ਮਤਲਬ ਸਿੱਖਿਆ ਪ੍ਰਾਪਤ ਕੀਤੀ, ਕੱਪੜਾ ਪਹਿਨਣ ਵਾਲੀ ਪਹਿਲੀ ਇਸਤਰੀ ਹੈਗੀ, ਅਤੇ ਪਹਿਲੀ ਇਸਤਰੀ ਅਤੇ ਇਕਲੌਤੀ ਦਲਿਤ ਔਰਤ ਵੀ ਹੈ। ਤੀਸਰੀ ਆਉਂਦੀ ਹੈ ਜੀ ਬੇਗਮ ਇਜਾਜ਼ ਰਸੂਲ, ਇਹ ਉੱਤਰ ਪ੍ਰਦੇਸ਼ ਤੋਂ ਸੀਗੀ ਅਤੇ ਸੰਵਿਧਾਨ ਸਭਾ ਦੇ ਵਿੱਚ ਇਕਲੌਤੀ ਮੁਸਲਿਮ ਮਹਿਲਾ ਸੀਗੀ। ਵੈਰੀ ਇੰਪੋਰਟੈਂਟ। ਠੀਕ ਹੈ, ਬੇਗਮ ਇਜਾਜ਼ ਰਸੂਲ। ਚੌਥੀ ਹੈ ਜੀ ਦੁਰਗਾਬਾਈ ਦੇਸ਼ਮੁਖ, ਜੋ ਮਦਰਾਸ ਤੋਂ ਹੀ ਸੀਗੇ। ਹੰਸਾ ਜੀਵਰਾਜ ਮਹਿਤਾ ਸੀਗੀ ਜੀ ਪੰਜਵੀਂ। ਛੇਵੀਂ ਹੈ ਜੀ ਕਮਲਾ ਚੌਧਰੀ, ਇਹ 1930 ਦੇ ਵਿੱਚ ਮਹਾਤਮਾ ਗਾਂਧੀ ਦੇ ਦੁਆਰਾ ਸ਼ੁਰੂ ਕੀਤਾ ਗਿਆ ਸਿਵਲ ਨਾਫਰਮਾਨੀ ਅੰਦੋਲਨ ਜਿਹੜਾ ਸੀ ਉਹਦੇ ਵਿੱਚ ਵੀ ਪਾਰਟੀਸਪੇਟ ਕਰਦੀ ਰਹੀ ਹੈ ਕਮਲਾ ਚੌਧਰੀ। ਸੱਤਵਾਂ ਹੈ ਜੀ ਲੀਲਾ ਰਾਏ, ਜੋ ਕਿ ਦੀਪਾਲੀ ਸੰਘ ਦੀ ਸਥਾਪਨਾ ਸੀ, ਸੰਸਥਾਪਕ ਸੀ। 1930 ਦੇ ਵਿੱਚ ਛਤਰੀ ਸੰਘ ਦੀ ਸਥਾਪਨਾ ਕੀਤੀ ਇਹਨਾਂ ਨੇ 1926 ਦੇ ਵਿੱਚ, ਜੋ ਕਿ ਸਟੂਡੈਂਟ ਦੇ ਨਾਲ ਸੰਬੰਧ ਸੀ। 8ਵੇਂ ਮੈਂਬਰ ਮਾਲਤੀ ਚੌਧਰੀ ਸੀ। 9ਵੀਂ ਪੂਰਨਿਮਾ ਬੈਨਰਜੀ ਸੀ ਅਤੇ 10ਵੀਂ ਰਾਜਕੁਮਾਰੀ ਅੰਮ੍ਰਿਤ ਕੌਰ ਸੀਗੀ, ਜੋ ਕਿ ਭਾਰਤ ਦੀ ਪਹਿਲੀ ਸਿਹਤ ਮੰਤਰੀ ਸੀ ਅਤੇ 10 ਸਾਲਾਂ ਤੱਕ ਇਸ ਅਹੁਦੇ ਦੇ ਉੱਪਰ ਉਹ ਰਹੀ ਸੀਗੀ। ਓਕੇ, ਨੈਕਸਟ ਹੈ ਰੇਨੂਕਾ ਰੇ, ਅਤੇ 12ਵੀਂ ਹੈ ਜੀ ਸਰੋਜਨੀ ਨਾਇਡੂ, ਇਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਬਣਨ ਵਾਲੀ ਅਤੇ ਭਾਰਤੀ ਰਾਜਪਾਲ ਬਣਨ ਵਾਲੀ ਜਾਂ ਰਾਜਪਾਲ ਦੇ ਵਜੋਂ ਨਿਯੁਕਤ ਹੋਣ ਵਾਲੀ ਭਾਰਤ ਦੀ ਪਹਿਲੀ ਇਸਤਰੀ ਜਾਂ ਔਰਤ ਰਹੀ ਹੈ। ਇਹ ਵੀ ਮੋਸਟ ਇੰਪੋਰਟੈਂਟ ਹੈ ਅਤੇ ਇਹਨੂੰ ਭਾਰਤ ਦੀ ਨਾਈਟਿੰਗੇਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਯਾਨੀ ਕਿ OL ਵੀ ਕਿਹਾ ਜਾਂਦਾ ਹੈ। 13ਵੀਂ ਆ ਜਾਂਦੀ ਸੁਚੇਤਾ ਕਿਰਪਲਾਨੀ, ਇਹ ਭਾਰਤ ਦੀ ਪਹਿਲੀ ਮੁੱਖ ਮੰਤਰੀ ਹੈ ਜੋ ਕਿ ਯੂਪੀ ਦੀ ਬਣਦੀ ਹੈ। ਉੱਥੇ ਹੀ ਰਾਜਪਾਲ ਵੀ ਯੂਪੀ ਦੀ ਪਹਿਲੀ ਹੀ ਬਣਦੀ ਹੈਗੀ ਜੋ ਕਿ ਸਰੋਜਨੀ ਨਾਇਡੂ ਸੀਗੀ। ਓਕੇ, ਨੈਕਸਟ ਹੈ ਜੀ ਵਿਜੇ ਲਕਸ਼ਮੀ ਪੰਡਿਤ, ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਸੀਗੀ ਜੀ, ਅਤੇ ਕੈਬਨਿਟ ਮੰਤਰੀ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈ, ਅਤੇ ਸੰਯੁਕਤ ਰਾਸ਼ਟਰ ਮਹਾਸੰਘ ਦੀ ਪ੍ਰਧਾਨ ਦੇ ਵਜੋਂ ਚੁਣੀ ਜਾਣ ਵਾਲੀ ਭਾਰਤ ਦੀ ਪਹਿਲੀ ਔਰਤ ਅਤੇ ਪਹਿਲੀ ਏਸ਼ੀਆਈ ਲੇਡੀਜ਼ ਹੈ ਜਿਸ ਨੂੰ ਕਿ ਸੰਯੁਕਤ ਰਾਸ਼ਟਰ ਮਹਾਸੰਘ ਦੇ ਵਿੱਚ ਪ੍ਰਧਾਨ ਚੁਣਿਆ ਗਿਆ ਸੀਗਾ। ਅਤੇ ਲਾਸਟ ਹੈ ਜੀ ਐਨੀ ਮਾਸਕਰੇਨ, ਜੋ ਕਿ ਕੇਰਲ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਬਣੀ ਸੀ। ਸੋ ਇਹ 15 ਲੇਡੀਜ਼ ਸੀਗੀਆਂ ਜਿਨ੍ਹਾਂ ਨੇ ਕਿ ਸਾਡੀ ਕੌਂਸਟੀਟਿਊਸ਼ਨਲ ਅਸੈਂਬਲੀ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਸੀਗਾ।
ਨੈਕਸਟ ਹੈ ਜੀ 16 ਨੰਬਰ, ਭਾਰਤੀ ਸੰਵਿਧਾਨ ਸਭਾ ਦੀ ਹਾਊਸ ਕਮੇਟੀ ਦਾ ਚੇਅਰਮੈਨ ਕੌਣ ਸੀ? KM ਮੁਨਸ਼ੀ, B ਭੱਟਾਭਾਈ ਸੀਤਾਰਮਈਆ, JP ਕਿਰਪਲਾਨੀ ਜਾਂ ਫਿਰ AV ਠੱਕਰ। ਤਾਂ ਭਾਰਤੀ ਸੰਵਿਧਾਨ ਸਭਾ ਦੀ ਹਾਊਸ ਕਮੇਟੀ ਜਿਹੜੇ ਹੈ ਉਸ ਦਾ ਜਿਹੜਾ ਚੇਅਰਮੈਨ ਸੀਗਾ ਜੀ ਉਹ ਸੀਗਾ B ਭੱਟਾਭਾਈ ਸੀਤਾਰਮਈਆ, ਇਹ ਉਸ ਕਮੇਟੀ ਦੇ ਚੇਅਰਮੈਨ ਸੀਗੇ। ਠੀਕ ਹੈ, ਸੋ ਇਸ ਕਮੇਟੀ ਦੇ ਚੇਅਰਮੈਨ ਆ ਜਾਂਦੇ ਹੈ ਜੀ ਹਾਊਸ ਕਮੇਟੀ ਦੇ B ਭੱਟਾਭਾਈ ਸੀਤਾਰਮਈਆ। ਇਹ ਮੱਧ ਪ੍ਰਦੇਸ਼ ਰਾਜ ਦੇ ਪਹਿਲੇ ਰਾਜਪਾਲ ਵੀ ਰਹੇ ਆ। ਸੇ ਮੱਧ ਪ੍ਰਦੇਸ਼ ਰਾਜ ਦੇ ਪਹਿਲੇ ਰਾਜਪਾਲ ਵੀ ਰਿਹਾ ਜੋ 1956 ਤੋਂ 57 ਤੱਕ ਰਿਹਾ। ਅਤੇ ਕੁਛ ਪ੍ਰਮੁੱਖ ਕਿਤਾਬਾਂ ਇਹਨਾਂ ਦੀਆਂ ਜਿਵੇਂ ਫੈਦਰਜ਼ ਐਂਡ ਸਟੋਨਜ਼, ਦੂਸਰੀ ਬੁੱਕ ਦਾ ਹਿਸਟਰੀ ਆਫ ਕਾਂਗਰਸ, ਤੀਸਰੀ ਬੁੱਕ ਗਾਂਧੀ ਅਤੇ ਗਾਂਧੀਵਾਦ, ਇਹਨਾਂ ਦੀਆਂ ਪ੍ਰਮੁੱਖ ਪੁਸਤਕਾਂ ਨੇਗੀਆਂ। 17 ਨੰਬਰ ਹੈ ਜੀ ਅਲਾਦੀ ਕ੍ਰਿਸ਼ਨ ਸਵਾਮੀ ਅਈਅਰ ਭਾਰਤੀ ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ ਜੀ। ਪ੍ਰਮਾਣ ਪੱਤਰ ਕਮੇਟੀ ਦੇ, ਵਪਾਰ ਸੂਚੀ ਕਮੇਟੀ ਦੇ, ਯੂਨੀਅਨ ਪਾਵਰ ਕਮੇਟੀ ਦੇ ਜਾਂ ਲੋਕ ਅਧਿਕਾਰ ਉਪ ਕਮੇਟੀ ਦੇ। ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ ਜਿਹੜੇ ਕਿ ਡਰਾਫਟਿੰਗ ਕਮੇਟੀ ਦੇ ਵਿੱਚ ਵੀ ਰਹੇ ਹੈਗੇ ਨੇ। ਸੋ ਇਹ ਪ੍ਰਮਾਣ ਪੱਤਰ ਕਮੇਟੀ ਦੇ ਚੇਅਰਮੈਨ ਦੇ ਰੂਪ ਦੇ ਵਿੱਚ ਕੰਮ ਕਰਦੇ ਰਹੇ ਆ, ਪ੍ਰਮਾਣ ਪੱਤਰ। ਠੀਕ ਹੈ, ਨੈਕਸਟ ਹੈ ਜੀ 18 ਨੰਬਰ GB ਮਵਾਲਕਰ ਭਾਰਤੀ ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ ਜੀ। ਰਾਸ਼ਟਰੀ ਝੰਡੇ ਨਾਲ ਸੰਬੰਧ ਹੈਡ ਕਮੇਟੀ ਦੇ, ਮੌਲਿਕ ਅਧਿਕਾਰਾਂ, ਘੱਟ ਗਿਣਤੀ ਅਤੇ ਕਬੈਲੀ ਖੇਤਰ ਅਤੇ ਬਾਹਰ ਕੀਤੇ ਖੇਤਰਾਂ ਨਾਲ ਸੰਬੰਧ ਸਲਾਹਕਾਰ ਕਮੇਟੀ, ਫੰਕਸ਼ਨ ਕਮੇਟੀ ਜਾਂ ਕਾਰਜ ਸੂਚੀ ਕਮੇਟੀ। GB ਮਵਾਲਕਰ ਜਿਹੜੇ ਇਹ ਭਾਰਤੀ ਸੰਵਿਧਾਨ ਸਭਾ ਦੀ ਫੰਕਸ਼ਨ ਕਮੇਟੀ ਜਿਹੜੀ ਹੈ, ਜਾਣੀ ਕਿ ਕਾਰਜ ਕਮੇਟੀ ਜਿਹੜੀ ਹੈ ਉਸ ਦੇ ਚੇਅਰਮੈਨ ਰਹੇ ਆ ਜਾਂ ਪ੍ਰਧਾਨ ਰਹੇ ਆ GB ਮਵਾਲਕਰ। ਜਿੱਥੇ ਵਰਕਿੰਗ ਕਮੇਟੀ ਦੇ ਚੇਅਰਮੈਨ ਰਹੇ ਆ ਉੱਥੇ ਹੀ ਇਹ ਭਾਰਤ ਦੀ ਪਹਿਲੀ ਲੋਕ ਸਭਾ ਦੇ ਪਹਿਲੇ ਸਪੀਕਰ ਦੇ ਵਜੋਂ ਵੀ ਕੰਮ ਕਰਦੇ ਆ GB ਮਵਾਲਕਰ। ਵੈਰੀ ਵੈਰੀ ਇੰਪੋਰਟੈਂਟ ਹੈ। ਨੈਕਸਟ ਹੈ ਜੀ 19 ਨੰਬਰ ਅਗਲੇ ਕਿਹੜੇ ਸਾਲਾਂ ਦੇ ਵਿੱਚ ਮੋਤੀ ਲਾਲ ਨਹਿਰੂ ਨੇ 8 ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਭਾਰਤ ਦੇ ਸੰਵਿਧਾਨ ਦਾ ਖੜਾ ਤਿਆਰ ਕੀਤਾ ਸੀਗਾ? 1928 ਦੇ ਵਿੱਚ, 1945 ਦੇ ਵਿੱਚ, 1935 ਦੇ ਵਿੱਚ ਜਾਂ 1931 ਦੇ ਵਿੱਚ। ਸੋ ਇਹ ਸਾਲ 1928 ਦੀ ਗੱਲ ਹੈ ਜੀ। ਸੋ ਉਸ ਸਮੇਂ ਮੋਤੀ ਲਾਲ ਨਹਿਰੂ ਨੇ 8 ਮੈਂਬਰਾਂ ਦੇ ਨਾਲ ਮਿਲ ਕੇ ਆਪਣਾ ਜਿਹੜਾ ਖਰੜਾ ਤਿਆਰ ਕੀਤਾ ਸੀਗਾ। ਓਕੇ, ਬਟ ਉਹ ਪਾਸ ਨਹੀਂ ਹੋ ਪਾਇਆ ਸੀ, ਬਟ ਉਹਨੇ ਖਰੜਾ ਤਿਆਰ ਜ਼ਰੂਰ ਕੀਤਾ ਸੀਗਾ। ਨੈਕਸਟ ਹੈ ਜੀ ਲਾਸਟ ਕੁਐਸਚਨ, ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ ਮੈਂਬਰ ਕਿੰਨੇ ਸੀਗੇ ਜੀ? 7, 8, 9 ਜਾਂ 14। ਸੰਵਿਧਾਨ ਸਭਾ ਦੀ ਜਿਹੜੀ ਕਮੇਟੀ ਸੀ ਜੀ ਉਸ ਦੇ ਜਿਹੜੇ ਮੈਂਬਰ ਸੀਗੇ ਉਹ 7 ਸੀ ਟੋਟਲ 7 ਮੈਂਬਰ ਸੀਗੇ, ਜਿਨ੍ਹਾਂ ਦਾ ਚੇਅਰਮੈਨ ਡਾਕਟਰ BR ਅੰਬੇਦਕਰ ਸੀਗਾ। ਅਤੇ ਇਸ ਤੋਂ ਇਲਾਵਾ ਇਸ ਦੇ ਹੋਰ ਮੈਂਬਰ ਸੀਗੇ ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ, N ਗੋਪਾਲ ਸਵਾਮੀ, KM ਮੁਨਸ਼ੀ, ਮੁਹੰਮਦ ਸਾਦੁੱਲਾ, BL ਮਿੱਤਰ ਅਤੇ DP ਖੇਤਾਨ। ਇਹ ਉਸ ਦੇ ਪ੍ਰਮੁੱਖ ਹੋਰ ਮੈਂਬਰ ਸੀਗੇ। ਟੋਟਲ ਉਸ ਦੇ ਜਿਹੜੇ ਹੈ 7 ਮੈਂਬਰ ਜਿਹੜੇ ਮੌਜੂਦ ਸੀਗੇ। ਠੀਕ ਹੈ, ਇਹਨਾਂ ਦੇ ਵਿੱਚੋਂ ਅਕਸਰ ਕੁਐਸਚਨ ਆਉਂਦਾ ਵੀ ਕਿਹੜੇ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਰਹੇ ਸੀ, ਜਿਵੇਂ ਕਿ ਇਸ ਵਾਰ ਵੀ ਆਇਆ ਸੀਗਾ, ਉਹ ਯਾਦ ਰੱਖਣਾ। ਠੀਕ ਹੈ, ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ, N ਗੋਪਾਲ ਸਵਾਮੀ, KM ਮੁਨਸ਼ੀ, ਮੁਹੰਮਦ ਸਾਦੁੱਲਾ, BL ਮਿੱਤਰ ਜਾਂ ਫਿਰ DP ਖੇਤਾਨ। ਇਹ ਹੈ ਸਾਡਾ ਅੱਜ ਦਾ ਕੌਨਸਟੀਟਿਊਸ਼ਨ ਵਾਲਾ ਪਾਰਟ। ਉਮੀਦ ਕਰਦਾ ਤੁਹਾਡੇ ਸਾਰਿਆਂ ਲਈ ਹੈਲਪਫੁਲ ਰਹੂਗਾ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋ। ਇਸ ਤੋਂ ਇਲਾਵਾ PDF ਕਲੈਕਟ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਹੈ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਸੋ ਨੈਕਸਟ ਮਿਲਦੇ ਹਾਂ ਅਗਲੇ ਸੈਸ਼ਨ ਦੇ ਵਿੱਚ। ਥੈਂਕ ਯੂ ਸੋ ਮਚ।